ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤ ਕਈ ਮੰਜ਼ਿਲਾਂ ਛੂਹ ਚੁੱਕਿਆ ਹੈ। ਭਾਰਤ ਉਹਨਾਂ ਮੁਲਕਾਂ ਦੇ ਵਿੱਚ ਸ਼ੁਮਾਰ ਹੈ ਜਿਹੜੇ ਲਗਾਤਾਰ ਤਰੱਕੀ ਕਰ ਰਹੇ ਨੇ। ਪਿਛਲੇ ਦਿਨੀ ਟਰੰਪ ਨੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਹੜੀਆਂ ਭਾਰਤ ਦੇ ਹੱਕ ਵਿੱਚ ਨਹੀਂ ਸੀ, ਜਾਂ ਇਹ ਕਹਿ ਲਓ ਕਿ ਉਹ ਕਿਸੇ ਵੀ ਮੁਲਕ ਦੇ ਹੱਕ ਵਿੱਚ ਨਹੀਂ ਹਨ ਜੇ ਕਹੀਆਂ ਜਾਣ। ਉਹ ਗੱਲਾਂ ਕੀ ਨੇ, ਕਿਉਂ ਕਹੀਆਂ ਗਈਆਂ, ਇਸ ਬਾਰੇ ਗੱਲ ਕਰਨ ਦੇ ਲਈ, ਇਸ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਨਰਿੰਦਰ ਸੱਤੀ ਜੀ ਨੇ। ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਖਹਿਰਾ ਸਾਹਿਬ। ਅੱਛਾ, ਗੱਲ ਇਹ ਹੈ ਕਿ ਟਰੰਪ ਹੁਣੀ ਜਿਹੜੇ ਨੇ ਲਗਾਤਾਰ ਇੱਦਾਂ ਦੀ ਬਿਆਨਬਾਜ਼ੀ ਕਰਦੇ ਆਏ ਨੇ ਜਿਨ੍ਹਾਂ ਦੀ ਕੋਈ ਕਦੀ ਤੁੱਕ ਨਹੀਂ ਹੁੰਦੀ, ਜਾਂ ਇਹ ਕਹਿ ਲਓ ਕਿ ਜਾਂ ਬਾਂਹ ਨਾ ਸਿਰ ਨਾ ਪੈਰ ਹੁੰਦਾ ਹੈ। ਜੀ ਤੇ ਹੁਣ ਇਸ ਵਾਰ ਜਿਹੜੀ ਇਹਨਾਂ ਨੇ ਕੀਤੀ ਹੈ ਇਹ ਤੇ ਹੱਦ ਹੀ ਕਰ ਦਿੱਤੀ। ਇਹ ਹੈ ਕਿ ਇਹਦਾ ਕੀ ਅਸਰ ਹੈ, ਸਾਡੇ ਦਰਸ਼ਕਾਂ ਨੂੰ ਦੱਸੋ। ਇਸ ਤਰ੍ਹਾਂ ਆ ਖਹਿਰਾ ਸਾਹਿਬ, ਵੀ ਡੋਨਲਡ ਟਰੰਪ ਜਦੋਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ, ਉਹ ਆਪਣੇ ਨਾ ਬਿਆਨ, ਉਲਟੇ ਸਿੱਧੇ ਬਿਆਨਾਂ ਲਈ ਬਹੁਤ ਚਰਚਿਤ ਰਹੇ ਆ। ਜਿਹਨੂੰ ਆਪਾਂ ਕਹਿੰਦੇ ਨਾ ਵੇਗ ਜੀ ਗੱਲ ਕਰ ਦੇਣੀ, ਵੀ ਐਵੇਂ ਬੇਥਬੀ ਜੀ ਗੱਲ, ਜਿਹਦਾ ਕੋਈ ਸਿਰ ਪੈਰ ਨਹੀਂ ਹੁੰਦਾ। ਪਹਿਲੀ ਗੱਲ ਤੇ ਆ ਭਈ ਤੁਸੀਂ ਦੇਖੋ ਆਪਣੇ ਦੇਸ਼ ਵਿੱਚ ਹੀ ਹੁਣ, ਕਿਉਂਕਿ 3 ਨਵੰਬਰ ਨੂੰ ਅਮਰੀਕਾ ਦੀਆਂ ਸੰਸਦੀ ਚੋਣਾਂ ਸ਼ੁਰੂ ਨੇ, ਠੀਕ ਹੈ, ਔਰ ਬਹੁਤ ਜ਼ੋਰ ਲੱਗਾ ਵੱਖ-ਵੱਖ ਧਿਰਾਂ ਦਾ। ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜੋ ਬਾਈਡਨ ਨੇ ਔਰ ਕਮਲਾ ਹੈਰਿਸ, ਪਹਿਲੀ ਵਾਰ ਆ ਵੀ ਅਮਰੀਕਾ 'ਚ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਕਿਸੇ ਔਰਤ ਨੂੰ ਖੜਾ ਕੀਤਾ ਗਿਆ। ਉਹ ਕਮਲਾ ਹੈਰਿਸ ਆ, ਭਾਰਤੀ ਮੂਲ ਦੇ ਨੇ। ਉਹ ਜੋ ਬਾਈਡਨ ਤੇ ਕਮਲਾ ਹੈਰਿਸ ਇਕੱਠੇ ਮਿਲ ਕੇ ਕੰਮ ਕਰ ਰਹੇ ਆ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਉਹ ਅਮਰੀਕੀ ਰਾਸ਼ਟਰਪਤੀਆਂ ਦੀ ਉਸ ਕਤਾਰ ਵਿੱਚ ਸ਼ਾਮਲ ਹੈ ਜਿਹਦੇ ਵਿੱਚ ਅਬਰਾਹਮ ਲਿੰਕਨ ਵਰਗੇ, ਰੂਜ਼ਵੈਲਟ ਵਰਗੇ, ਜਾਰਜ ਵਾਸ਼ਿੰਗਟਨ ਵਰਗੇ, ਜਾਂ ਬਿਲ ਕਲਿੰਟਨ ਵਰਗੇ। ਜੇ ਆਪਾਂ ਰੀਸੈਂਟ ਪਾਸਟ ਦੀ ਗੱਲ ਕਰੀਏ ਤਾਂ ਬਰਾਕ ਓਬਾਮਾ ਦਾ ਨਾਮ ਬਹੁਤ ਇੱਜ਼ਤ ਨਾਲ ਲਿਆ ਜਾਂਦਾ ਪੂਰੀ ਦੁਨੀਆ ਵਿੱਚ। ਬਹੁਤ ਸੁਲਝੇ ਹੋਏ ਲੇਖਕ ਨੇ, ਵਕੀਲ ਨੇ ਉਹ। ਤਾਂ ਉਹ ਜਿੱਥੇ ਉਹੋ ਜਿਹੇ ਲੋਕ ਹੋਣ, ਉੱਥੇ ਡੋਨਲਡ ਟਰੰਪ ਵਰਗੇ ਦੇਸ਼ ਦੇ ਰਾਸ਼ਟਰਪਤੀ ਬਣ ਜਾਣ, ਤਾਂ ਉਹ ਠੀਕ ਆ ਵੀ ਕੁਛ ਗੋਰੇ ਜਿਹੜੇ ਲੋਕ ਨੇ, ਉੱਥੋਂ ਦੇ ਮੂਲ ਲੋਕ ਨੇ, ਮੂਲ ਲੋਕ ਤਾਂ ਖੈਰ ਉਹਨਾਂ ਨੇ ਖੁੱਡੇ ਲਾਤੇ, ਜਿਹੜੇ ਰੈੱਡ ਇੰਡੀਅਨਸ ਨੇ, ਉਹ ਤਾਂ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ। ਉਹ ਬਹੁਤੇ ਉਹਨਾਂ 'ਚੋਂ ਨਸ਼ੇੜੀ ਆ, ਆਮ ਜਿਹੜੀ ਮੁੱਖ ਧਾਰਾ ਜੀਵਨ ਦੀ ਉਹਦੇ ਤੋਂ ਅੱਡ ਰਹਿੰਦੇ ਨੇ, ਠੀਕ ਹੈ। ਫਿਰ ਸਰਕਾਰ ਉਹਨਾਂ ਨੂੰ ਜਿੱਦਾਂ ਚੋਗਾ ਪਾਉਣਾ ਪਈ, ਉਹ ਆਪਣਾ ਉਹਨਾਂ ਨੂੰ ਸੁਰਤ ਹੀ ਨਹੀਂ ਆਉਣ ਦਿੰਦੇ, ਉਹਨਾਂ ਦੇ ਬੱਚੇ ਨਹੀਂ ਪੜ੍ਹ ਰਹੇ, ਉਹ ਇਸ ਤਰ੍ਹਾਂ ਨਸ਼ਿਆਂ 'ਚ ਗਲਤਾਨ ਨੇ। ਤਾਂ ਮੇਰਾ ਕਹਿਣ ਦਾ ਭਾਵ ਆ ਵੀ ਉਹ ਗੋਰੇ ਤਾਂ ਸਪੋਰਟ ਕਰਦੇ ਹੋਣਗੇ ਡੋਨਲਡ ਟਰੰਪ ਦੀ, ਪਰ ਮੋਟੇ ਤੌਰ 'ਤੇ ਜਿਹੜੀ ਅਮਰੀਕੀ ਜਨਤਾ ਆ ਉਹ ਉਹਨਾਂ ਦੀ ਹਮਾਇਤ ਨਹੀਂ ਕਰਦੀ। ਜਾਂ ਇਹ ਕਹਿ ਲਓ ਕਿ ਜਿਹੜੇ ਲੋਕ ਪੜ੍ਹੇ ਲਿਖੇ ਨੇ ਜਾਂ ਫਿਰ ਚੰਗੀ ਵਿਚਾਰਧਾਰਾ ਨਾਲ ਸੰਬੰਧ ਨੇ, ਉਹ ਸਪੋਰਟ ਨਹੀਂ ਕਰਦੇ। ਉਹ ਸਪੋਰਟ ਨਹੀਂ ਕਰਦੇ। ਗੋਰੇ ਚੰਗੇ ਮੰਦੇ ਹਰ ਥਾਂ ਹੁੰਦੇ ਨੇ। ਕੁਝ ਫੀਸਦ ਲੋਕ ਜਿਹੜੇ ਆ ਉਹ ਮਾੜੇ ਹੋ ਸਕਦੇ ਆ, ਪਰ ਬਹੁਤਾ ਕਰਕੇ ਜਿਹੜਾ ਸਮਾਜ ਦੇ ਵਿੱਚ ਚੰਗੇ ਲੋਕ ਆ, ਉਹਨਾਂ ਕਰਕੇ ਸਮਾਜ ਟਿਕਿਆ ਹੋਇਆ, ਉਹਨਾਂ ਕਰਕੇ ਦੁਨੀਆ ਚੱਲਦੀ ਆ, ਹੈ ਨਾ। ਆਪਾਂ ਹੁਣ ਗੱਲ ਆਉਂਦੇ ਆ ਮੁੱਦੇ ਤੇ, ਵੀ ਇਹਨਾਂ ਦੀ ਪਹਿਲੀ ਗੱਲ ਤਾਂ ਡੋਨਲਡ ਟਰੰਪ ਦੀ ਜਿਹੜੀ ਪਿਛਲੀ ਚੋਣ ਆ ਉਹਦੇ ਵਿੱਚ ਕਹਿੰਦੇ ਆ ਰੂਸ ਨੇ ਦਖਲਅੰਦਾਜ਼ੀ ਕੀਤੀ, ਚੀਨ ਨੇ ਕੀਤੀ, ਠੀਕ ਆ। ਜਿਤਾਉਣ ਦੇ ਵਿੱਚ ਇਹਨਾਂ ਦਾ ਹੱਥ ਸੀ। ਅੱਜ ਤੱਕ ਹਾਲੇ ਜਾਂਚ ਚੱਲ ਰਹੀ ਆ। ਹਿਲਰੀ ਕਲਿੰਟਨ ਬਾਰੇ ਬਹੁਤ ਸਾਰੀਆਂ ਈਮੇਲ ਜਿਹੜੀਆਂ ਨੇ ਉਹ ਅਫਵਾਹਾਂ ਫੈਲਾਈਆਂ ਗਈਆਂ ਵੀ ਉਹਨਾਂ ਨੇ ਆਪਣੀ ਸਰਕਾਰੀ ਈਮੇਲ ਜਿਹੜੀ ਉਹ ਯੂਜ਼ ਕੀਤੀ, ਠੀਕ ਹੈ। ਖੈਰ, ਹੁਣ ਜਿਹੜੀ ਇਹ ਉੱਥੇ ਜਿਵੇਂ ਇੱਕ ਜਨਤਕ ਮੰਚ ਤੇ, ਟੀਵੀ ਅੱਜ ਕੱਲ੍ਹ ਸਭ ਤੋਂ ਵੱਡਾ ਜਨਤਕ ਮੰਚ ਆ, ਉਹਦੇ ਤੇ ਡਿਬੇਟ ਹੁੰਦੀ ਆ, ਬਹਿਸ ਮੁਬਾਸਾ ਹੁੰਦਾ। ਤੇ ਹੁਣ ਆਖਰੀ ਜਿਹੜਾ ਬਹਿਸ ਮੁਬਾਸਾ ਆ ਉਹ 23 ਤਰੀਕ ਨੂੰ ਹੋ ਕੇ ਹਟਿਆ, ਨੈਸ਼ਵਿਲੇ ਦੇ ਵਿੱਚ ਸੀਗਾ, ਉਹਨਾਂ ਦੇ ਉਸ ਸਟੇਟ ਦੇ ਵਿੱਚ। ਤਾਂ ਉੱਥੇ ਕੀ ਹੋਇਆ ਵੀ ਗੱਲ ਚੱਲ ਰਹੀ ਸੀਗੀ ਪ੍ਰਦੂਸ਼ਣ ਦੀ, ਹਵਾ ਦੀ। ਬਾਈਡਨ ਸਾਹਿਬ ਦਾ ਕੋਈ ਹੋਰ ਸਵਾਲ ਸੀਗਾ, ਡੋਨਲਡ ਟਰੰਪ ਨੇ ਉਹਨੂੰ ਕਿਹਾ, ਮਤਲਬ ਗੱਲ ਇੱਥੇ ਆ ਗਈ ਭਈ ਉਹ ਕਹਿੰਦੇ ਭਾਰਤ ਦੇਖੋ ਜੀ ਕੀ ਹਾਲ ਆ ਹਵਾ ਦਾ, ਗੰਦਾ ਮੁਲਕ ਹੈ। ਚੀਨ ਦੇਖੋ ਗੰਦਾ ਮੁਲਕ ਹੈ, ਹਵਾ ਦੇ ਪ੍ਰਦੂਸ਼ਣ ਦਾ ਪੱਧਰ ਦੇਖੋ ਕੁਛ ਨਹੀਂ ਕਰ ਰਿਹਾ, ਕੋਈ ਜਾਣੀ ਕਿ ਉਹਦੇ ਲਈ ਇਹਤਿਆਤ ਨਹੀਂ ਵਰਤ ਰਿਹਾ, ਕੋਈ ਕਦਮ ਨਹੀਂ ਚੁੱਕ ਰਿਹਾ ਉਸ ਪ੍ਰਦੂਸ਼ਣ ਨੂੰ ਹਟਾਉਣ ਲਈ। ਰੂਸ ਦੇਖੋ, ਹੈ ਨਾ। ਬਾਈਡਨ ਸਾਹਿਬ ਨੇ ਕਿਹਾ ਵੀ ਕਮਲਾ ਹੈਰਿਸ ਸਾਡੀ ਉਪ ਰਾਸ਼ਟਰਪਤੀ ਲਈ ਉਮੀਦਵਾਰ ਹੈ, ਭਾਰਤ ਸਾਡਾ ਮਿੱਤਰ ਦੇਸ਼ ਆ, ਵੀ ਆਪਾਂ ਮਿੱਤਰ ਦੇਸ਼ ਬਾਰੇ ਇਹੋ ਜਿਹੀ ਬਿਆਨਬਾਜ਼ੀ ਕਰਾਂਗੇ ਤਾਂ ਉਹ ਸ਼ੋਭਾ ਦਿੰਦਾ ਸਾਨੂੰ। ਅੱਛਾ, ਇਹ ਲੱਗਦਾ ਹੈ ਕਿ ਟਰੰਪ ਸਾਹਿਬ ਨੂੰ ਨਾ ਪਤਾ ਨਹੀਂ ਲੱਗਦਾ ਉਹ ਕੀ ਕਹਿ ਰਹੇ ਨੇ। ਉਹਨਾਂ ਨੇ ਪਹਿਲਾਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਜਦੋਂ ਇਹ ਬਿਆਨ ਆਇਆ, ਉਹ ਕਹਿੰਦੇ ਕਿ ਭਾਰਤ ਵਰਗੇ ਗੰਦੇ ਮੁਲਕ। ਫਿਰ ਉਹਨਾਂ ਨੇ ਦੱਸਿਆ ਕਿ ਕਿਉਂ ਮੈਂ ਕਹਿ ਰਿਹਾ ਹਵਾ ਦਾ ਪ੍ਰਦੂਸ਼ਣ। ਪਰ ਦੇਖੋ, ਜੇ ਤੁਸੀਂ ਇਹ ਗੱਲ ਕਹਿਣੀ ਆ, ਤੁਹਾਨੂੰ ਪਤਾ ਹੈ ਤੁਹਾਡੇ ਅਹੁਦੇ ਦੀ ਕੀ ਗਰਿਮਾ ਆ। ਬਿਲਕੁਲ ਬਿਲਕੁਲ, ਉਹ ਅਹੁਦੇ ਦੀ ਜਿਹੜੀ ਗਰਿਮਾ ਆ, ਸ਼ਾਨ ਆ ਨਾ, ਉਹ ਉਹਨਾਂ ਨੂੰ ਭੁੱਲ ਜਾਂਦੀ, ਮੈਨੂੰ ਲੱਗਦਾ ਗੱਲਬਾਤ ਕਰਦੇ ਆ। ਕਿਉਂਕਿ ਉਹ ਮੋਟੇ ਤੌਰ ਤੇ ਜੇ ਆਪਾਂ ਲਈਏ ਨਾ ਉਹਨਾਂ ਨੂੰ, ਤੇ ਉਹ ਵਪਾਰੀ ਨੇ, ਬਿਲਕੁਲ, ਉਹ ਸਿਆਸਤਦਾਨ ਨਹੀਂ ਗੇ।
ਪਰ ਜਿਵੇਂ ਕਿਵੇਂ ਉਹ ਜੋੜ ਤੋੜ ਕਰਕੇ ਉਸ ਗੱਦੀ ਤੇ ਬੈਠ ਗਿਆ ਰਾਸ਼ਟਰਪਤੀ ਦੇ, ਜਿਹੜਾ ਬੜਾ ਉੱਚ ਦਮਾਲੜਾ ਅਹੁਦਾ ਆ ਅਮਰੀਕਾ ਉਹਨਾਂ ਨੂੰ ਹੱਲੇ ਵੀ ਇਹ ਲੱਗਦਾ ਕਿ ਮੈਂ ਕਿਸੇ ਬੋਰਡ ਮੀਟਿੰਗ 'ਚ ਖੜਾ ਆ, ਮੈਂ ਇੱਥੇ ਦਾ ਬੌਸ ਹਾਂ, ਜੋ ਮਰਜ਼ੀ ਕਹਿ ਲਾਂ, ਕਿਹੜਾ ਪਰਵਾਹ ਹੈ। ਬਿਲਕੁਲ। ਅੱਛਾ, ਉਹਦੇ ਤੋਂ ਹੁਣ ਤੁਸੀਂ ਦੇਖੋ ਭਈ ਜਿਹੜੀ ਇਹ ਤੁਸੀਂ ਗੱਲ ਕੀਤੀ ਸੀ ਵੀ ਉਹਦੇ ਅਸਰ ਇਹ ਆ ਵੀ ਹੁਣ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨੇ ਜਿਹੜੇ, ਖਹਿਰਾ ਸਾਹਿਬ ਇਹ ਅਮਰੀਕਾ ਸੀ ਜਿਨ੍ਹਾਂ ਨੇ ਕਦੀ ਉਹਨਾਂ ਨੂੰ ਮਤਲਬ ਭਾਈਚਾਰਕ ਦਫੇੜ ਪਾਉਣ ਦੇ ਦੋਸ਼ ਲਾ ਕੇ ਭਈ ਇਹ ਜਿਹੜਾ ਆ ਲੋਕਾਂ ਦੀ ਪੋਲਰਾਈਜੇਸ਼ਨ ਕਰਦੇ ਆ ਧਰਮ ਦੇ ਨਾਂ ਤੇ, ਉੱਥੇ ਜਿਹੜੇ ਦੰਗੇ ਹੋਏ ਸੀ ਗੁਜਰਾਤ ਦੇ ਵਿੱਚ ਤੇ ਉਹਨਾਂ 'ਚ ਮੋਦੀ ਸਾਹਿਬ ਦਾ ਹੱਥ ਕਹਿੰਦੇ ਸੀਗੇ, ਤਾਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸੇ ਅਮਰੀਕਾ ਨੇ। ਹੁਣ ਭਿਆਲੀ ਵੀ ਆ ਇਹਨਾਂ ਦੀ ਡੋਨਲਡ ਟਰੰਪ ਦੀ ਮੋਦੀ ਸਾਹਿਬ ਦੇ ਨਾਲ। ਬਿਲਕੁਲ ਪਿੱਛੇ ਆਏ ਇੱਥੇ ਮਤਲਬ ਕਰੋੜਾਂ ਰੁਪਈਆ ਖਰਚ ਕਰਕੇ ਆਓ ਭਗਤ ਕੀਤੀ ਗਈ, ਔਰ ਜਿਹੜੀ ਗਰੀਬ ਬਸਤੀ ਸੀ ਉੱਥੇ ਕੰਧ ਕੀਤੀ ਗਈ ਪੈਸੇ ਅਸਾਰ ਕੇ ਵੀ ਤਾਂ ਕਿ ਉਹ ਨਾ ਨਿਗਾਹ ਪੈ ਜਾਵੇ। ਠੀਕ ਹੈ, ਦੇਸ਼ ਵਿੱਚ ਲਾਲਾ ਵੀ ਹੋਈ। ਉਸ ਪਿੱਛੋਂ ਅਮਰੀਕਾ ਮਤਲਬ ਮੋਦੀ ਸਾਹਿਬ ਜਦੋਂ ਉੱਥੇ ਜਾਂਦੇ ਨੇ, ਠੀਕ ਹੈ, ਤੇ ਉੱਥੇ ਹਾਊਡੀ ਮੋਦੀ ਵਰਗੇ ਵੱਡੇ ਇਵੈਂਟ ਕਰਵਾਏ ਜਾਂਦੇ ਆ। ਠੀਕ ਹੈ, ਤੇ ਹੁਣ ਉਸੇ ਦੇਸ਼ ਨੂੰ ਤੁਸੀਂ ਗੰਦਾ ਕਹਿੰਦੇ ਆ, ਫਿਰ ਆਪਣਾ ਬਿਆਨ ਕਰੈਕਟ ਕਰਕੇ ਸੋਧ ਕੇ ਦਿੰਦੇ ਹੋ ਵੀ ਨਹੀਂ ਮੈਂ ਪ੍ਰਦੂਸ਼ਣ ਦੇ ਪੱਧਰ। ਫਿਰ ਰੂਸ ਵਰਗਾ ਮੁਲਕ ਇੱਕ ਵੱਡਾ ਮੁਲਕ ਹੈ, ਠੀਕ ਹੈ, ਡਿਸਇੰਟੀਗ੍ਰੇਟ ਵੀ ਹੋ ਗਿਆ, ਉਹ 'ਚੋਂ ਜਿਹੜੇ ਕਹਿੰਦੇ ਆ ਵੀ ਗ੍ਰੇਟਰ ਰਸ਼ੀਆ ਜਿਹੜਾ ਆ ਉਹ ਨਹੀਂ ਰਿਹਾ, ਪਰ ਹਾਲੇ ਵੀ ਬਹੁਤ ਵੱਡਾ ਆ ਉਹ। ਠੀਕ ਹੈ, ਚੀਨ ਇਸ ਵੇਲੇ ਤਰੱਕੀ 'ਚ ਭਾਵੇਂ ਆਪਣਾ ਗੁਆਂਢੀ ਮੁਲਕ ਹੈ, ਸਾਡੇ ਉਹਦੇ ਨਾਲ ਪਿੱਛੇ ਸੰਬੰਧ ਵੀ ਸਾਜ਼ਗਾਰ ਨਹੀਂ ਰਹੇ, ਪਰ ਚੀਨ ਦਾ ਤੇ ਹਿੰਦੁਸਤਾਨ ਦਾ ਬਹੁਤ ਸਾਰਾ ਆਦਾਨ ਪ੍ਰਦਾਨ ਆ। ਠੀਕ ਆ, ਆਪਸ ਵਿੱਚ ਵਪਾਰਕ ਆਦਾਨ ਪ੍ਰਦਾਨ ਆ। ਇਹ ਜਿਹੜੀਆਂ ਗੱਲਾਂ ਸਰਕਾਰੀ ਪੱਧਰ ਤੇ ਚੱਲਦੀਆਂ ਰਹਿੰਦੀਆਂ, ਪਰ ਆਪਾਂ ਨੂੰ ਜੋ ਕੁਛ ਜਿੱਥੇ ਅੱਜ ਚੀਨ ਖੜਾ, ਠੀਕ ਆ, ਚੀਨੀਆਂ ਨੂੰ ਆਪਾਂ ਫੀਮ ਖਾਣੇ ਕਹਿੰਦੇ ਹੁੰਦੇ ਸੀ, ਆਪਾਂ ਉਹਨਾਂ ਨੂੰ ਬੌਣੇ ਕਹਿੰਦੇ ਹੁੰਦੇ ਸੀ, ਜਾਪਾਨੀਆਂ ਨੂੰ ਆਪਾਂ ਬੌਣੇ ਕਹਿੰਦੇ ਸੀ। ਅੱਜ ਜਾਪਾਨ ਕਿੱਥੇ ਖੜਾ? ਠੀਕ ਆ, 2 ਮਹਾਯੁੱਧ ਜਿਹੜੇ ਆ ਉਹ ਉੱਚ ਨਿਪੀੜਿਆ ਗਿਆ। ਜਾਪਾਨ ਨੇ ਨਾਗਾਸਾਕੀ ਹੀਰੋਸ਼ੀਮਾ ਸ਼ਹਿਰਾਂ ਤੇ ਜਿਹੜੇ ਆ ਐਟਮ ਬੰਬ ਵੀ ਉੱਥੇ ਬਰਸਾਏ ਗਏ। ਠੀਕ ਹੈ, ਨਾਪਾਮ ਬੰਬ ਸੀਗੇ ਉਹ। ਅੱਜ ਚੀਨ ਮਤਲਬ ਜੇ ਆਪਾਂ ਤਰੱਕੀ ਵਜੋਂ ਦੇਖੀਏ ਤਾਂ ਉਹ ਬਹੁਤ, ਅੱਧੀ ਦੁਨੀਆ ਤਾਂ ਚੀਨ ਦੀ ਕਰਜ਼ਾਈ ਆ, ਅੱਧੀ ਲੈਟਨ ਅਮਰੀਕਾ, ਅੱਧੀ ਅਫਰੀਕਾ ਜਾਂ ਹੋਰ ਦੇਸ਼ ਜਿਹੜੇ ਆ ਚੀਨ ਤੋਂ ਕਰਜ਼ਾ ਲੈ ਕੇ ਆਪਣੇ ਕੰਮ ਚਲਾ ਰਹੇ ਆ। ਬਿਲਕੁਲ ਓਕੇ। ਹੁਣ ਇਹਨਾਂ ਦੇਸ਼ਾਂ ਨੂੰ ਤੁਸੀਂ ਇਹ ਕਹਿ ਦੇਵੋ ਵੀ ਇਹ ਗੰਦੇ ਨੇ, ਤਾਂ ਉਹਨਾਂ ਨੇ ਕਿਹਾ ਵੀ ਇਹ ਸਾਨੂੰ ਬਿਆਨ ਸ਼ੋਭਾ ਨਹੀਂ ਦਿੰਦੇ। ਤਾਂ ਕੱਲ੍ਹ ਨੂੰ ਕਿਉਂਕਿ ਉੱਥੇ ਇੱਕ ਜ਼ਿਕਰਯੋਗ ਭਾਰਤੀ ਲੋਕ ਵਸਦੇ ਨੇ, ਭਾਰਤੀ ਮੂਲ ਦੇ ਲੋਕ ਵਸਦੇ, ਕਿਹਾ ਜਾਂਦਾ ਕਿ 102 ਪੁਆਇੰਟ ਜਿਹੜੇ ਨੇ ਉਹ % ਜਿਹੜੇ ਨੇ ਉਹ ਅਮਰੀਕਾ ਦੀ ਕੁੱਲ ਆਬਾਦੀ ਦਾ ਪੰਜਾਬੀ ਜਾਂ ਇੰਡੀਅਨ ਕਹਿ ਲਓ ਹੈ ਨਾ। ਤੇ ਇਹ ਇੱਕ ਬਹੁਤ ਜ਼ਿਕਰਯੋਗ ਗਿਣਤੀ ਆ। ਤਾਂ ਕੱਲ ਨੂੰ ਅਮਰੀਕੀ ਚੋਣ ਤੇ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ 3 ਨਵੰਬਰ ਨੂੰ ਹੁਣ ਚੋਣਾਂ ਨੇ। ਇਹ ਲਾਸਟ ਡਿਬੇਟ ਸੀਗੀ ਜੋ ਬਾਈਡਨ ਤੇ ਡੋਨਲਡ ਟਰੰਪ ਦੀ। ਠੀਕ ਹੈ, ਤਾਂ ਹੁਣ ਦੇਖਦੇ ਹਾਂ ਵੀ 3 ਨਵੰਬਰ ਕੋਈ ਬਹੁਤੀ ਦੂਰ ਨਹੀਂ ਰਹਿ ਗਈ, ਆਈ ਖੜੀ ਹੈ, ਹਫ਼ਤੇ ਦੀ ਗੱਲ ਰਹਿ ਗਈ ਆ। ਤਾਂ ਇਹ ਜਿਹੜਾ ਆ ਉਹਨਾਂ ਦੀ ਚੋਣ ਤੇ ਉਲਟ ਅਸਰ ਵੀ ਪੈ ਸਕਦਾ ਇਸ ਗੱਲ ਦੇ ਨਾਲ। ਠੀਕ ਹੈ, ਸਾਰੇ ਭਾਰਤੀ ਜਿਹੜੇ ਆ ਉਹ ਚੇਲੇ ਨਹੀਂ ਹੋ ਸਕਦੇ ਡੋਨਲਡ ਟਰੰਪ ਦੇ। ਦੇਸ਼ ਭਗਤੀ ਜਦੋਂ ਜਾਗਦੀ ਆ ਨਾ, ਉਦੋਂ ਬੰਦਾ ਇਹ ਨਹੀਂ ਦੇਖਦਾ ਵੀ ਮੈਂ ਕਿੱਥੇ ਆ, ਉਹ ਆਪਣਾ ਫਿਰ ਮੂਲ ਦੇਖਦਾ। ਹਰ ਬੰਦਾ ਆਪਣਾ ਮੂਲ ਪਛਾਣਦਾ। ਤੁਸੀਂ ਪੰਜਾਬੀ ਦੇਖ ਲਓ, ਜਿੱਥੇ ਮਰਜ਼ੀ ਬੈਠੇ ਹੋਣ, ਅੱਜ ਵੀ ਪਿੰਡਾਂ ਲਈ ਤਰਸਦੇ ਆ, ਆਉਂਦੇ ਆ ਪਿੰਡਾਂ ਲਈ, ਕਿੰਨਾ ਕੁਛ ਕਰਦੇ ਆ। ਇਹ ਗੱਲ ਮੈਂ ਆਪਣੇ ਕਿਸਾਨ ਸੰਘਰਸ਼ ਦੇ ਨਾਲ ਵੀ ਜੋੜ ਲੈਂਦਾ ਕਿ ਜਿੱਦਾਂ ਦੇ ਮਰਜ਼ੀ ਆ, ਹੁਣ ਅਸੀਂ ਸਾਰੇ ਇਕੱਠੇ ਆ, ਅਸੀਂ ਸਾਰੇ ਰੋਡ ਤੇ ਆ, ਸਾਰੇ ਪਟੜੀਆਂ ਤੇ। ਵਪਾਰੀ ਵੀ, ਅੱਜ ਸ਼ਹਿਰ ਦਾ ਜਿਹੜਾ ਮਤਲਬ ਵਪਾਰੀ ਵਰਗ ਆ ਉਹ ਵੀ ਸਾਡੇ ਨਾਲ ਆ। ਉਹਨਾਂ ਨੇ ਦੇਖਿਆ ਵੀ ਇਹ ਸਾਡਾ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਜੀ। ਤਾਂ ਪਰ ਉੱਦਾਂ ਜੇ ਆਪਾਂ ਗੱਲ ਕਰੀਏ ਨਾ ਭਈ ਭਾਰਤ ਦੀ ਜੇ ਸਥਿਤੀ ਕਰਦੇ ਆ ਆਪਾਂ ਚਲੋ ਇਹ ਗੱਲ ਤਾਂ ਹੋ ਗਈ। ਉਸ ਪਿੱਛੋਂ ਕੀ ਆ ਭਈ ਕਪਿਲ ਸਿੱਬਲ ਹੋਰੀ ਕਾਂਗਰਸ ਦੇ ਸੀਨੀਅਰ ਆਗੂ ਆ, ਉਹਨਾਂ ਨੇ ਕਿਹਾ ਵੀ ਭਾਈ ਇਹ ਹਾਊਡੀ ਮੋਦੀ ਦਾ ਨਤੀਜਾ ਆ। ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਵੀ ਡੋਨਲਡ ਟਰੰਪ ਇੱਦਾਂ ਬੋਲ ਜਾਣਾ ਹੈ ਨਾ। ਤੇ ਫਿਰ ਉਹ ਕਹਿੰਦੇ ਭਈ ਮਤਲਬ ਜਿਹੜਾ ਹੁਣ ਸਰਚ ਹੋ ਰਹੀ ਆ ਹਾਊਡੀ ਮੋਦੀ ਤੇ ਫਿਲਦੀ ਇੰਡੀਆ, ਫਿਲਦੀ ਮਤਲਬ ਗੰਦਾ ਹੈ ਨਾ। ਤੇ ਇਹ ਉਹਦੇ ਉੱਤੇ ਮਤਲਬ ਲੋਕ ਦੇਖ ਰਹੇ ਵੀ ਵਾਕਿਆ ਹੀ ਹਿੰਦੁਸਤਾਨ ਇੰਨਾ ਗੰਦਾ ਆ, ਹੈ ਨਾ। ਇੱਕ ਰਾਸ਼ਟਰਪਤੀ ਬਿਆਨ ਦੇਵੇ ਚਾਹੇ ਉਹ ਵੇਗ ਹੋਵੇ, ਉਹਦਾ ਕੋਈ ਸਿਰ ਪੈਰ ਨਾ ਹੋਵੇ। ਠੀਕ ਹੈ, ਤੇ ਇਸ ਵੇਲੇ ਜਿੱਦਾਂ ਵੈਬ ਤੇ ਜਿਹੜੀ ਸਰਚ ਮਾਰੀ ਜਾ ਰਹੀ ਆ ਗੂਗਲ ਤੇ, ਉਹ ਹਾਊਡੀ ਮੋਦੀ ਤੇ ਫਿਲਦੀ ਇੰਡੀਆ, ਇਹਦੀ ਇਸ ਵੇਲੇ ਸਭ ਤੋਂ ਵੱਧ ਸਰਚ ਹੋ ਰਹੀ ਆ, ਹੈ ਨਾ। ਤੇ ਫਿਰ ਟਵਿੱਟਰ ਤੇ ਕਈ ਲੋਕਾਂ ਨੇ ਇੱਥੋਂ ਤੱਕ ਕਿਹਾ ਵੀ ਮੋਦੀ ਸਰਕਾਰ ਨੂੰ ਇਹ ਚਾਹੀਦਾ ਵੀ ਮੰਦਰਾਂ
ਤੇ ਮੂਰਤੀਆਂ ਤੇ ਪੈਸੇ ਖਰਚ ਕਰਨ ਦੀ ਬਜਾਏ ਦੇਸ਼ ਦੀ ਜਿਹੜੀ ਆਬੋ ਹਵਾ ਆ ਉਹਦੇ ਤੇ ਉਹਨੂੰ ਸੁਧਾਰਿਆ ਜਾਵੇ। ਮੈਂ ਵੈਸੇ ਬਹੁਤ ਵਾਰ ਪਹਿਲਾਂ ਵੀ ਗੱਲ ਕਰ ਚੁੱਕਿਆ ਸਾਡੇ ਪ੍ਰੋਗਰਾਮਾਂ ਦੇ ਵਿੱਚ। ਸਤੀ ਸਾਹਿਬ, ਗੱਲ ਤੇ ਇਹੀ ਹੈ ਨਾ ਕਿ ਅਸਲ ਮੁੱਦਿਆਂ ਤੋਂ ਸਰਕਾਰ ਆਉਂਦੀ ਨਹੀਂ ਹੈਗੀ। ਹੈਲਥ ਮੁੱਦਾ ਹੈ, এনवायरमेंट ਮੁੱਦਾ ਹੈ, ਪੜ੍ਹਾਈ ਮੁੱਦਾ ਹੈ, ਰੋਜ਼ਗਾਰ ਮੁੱਦਾ ਹੈ, ਇਹ ਮੁੱਖ ਮੁੱਦੇ ਆ। ਤੇ ਪਰ ਜੇ ਕੋਈ ਹੁਣ ਕਹਿ ਗਿਆ ਚਲੋ ਉਹ ਤੇ ਬਹੁਤ ਵੱਡੀ ਗਲਤ ਗੱਲ ਹੈ, ਹਾਂਜੀ, ਪਰ ਅਸਲ ਜੇ ਅਸੀਂ ਕਹਿਣ ਦਾ ਮੌਕਾ ਹੀ ਨਾ ਦਈਏ। ਬਿਲਕੁਲ ਬਿਲਕੁਲ, ਇਹ ਗੱਲ ਤੁਹਾਡੀ ਦਰੁਸਤ ਆ। ਪਰ ਜਿੱਦਾਂ ਹੁਣ ਜੇ ਆਪਾਂ ਉੱਦਾਂ ਗੱਲ ਕਰੀਏ ਵੀ ਭਾਰਤ ਦੀ ਕੀ ਸਥਿਤੀ ਆ, ਭਾਰਤ ਦੀ ਕੀ ਸਥਿਤੀ ਹੈ, ਤੁਸੀਂ ਦੇਖੋ ਖਹਿਰਾ ਸਾਹਿਬ, ਵੀ ਦੇਸ਼ ਵਿੱਚ ਆਮ ਤੌਰ ਤੇ ਜੋ ਮਤਲਬ ਜਿਹੜੇ ਆਲਮੀ ਮਾਪਦੰਡ ਨੇ, ਵਿਸ਼ਵ ਪੱਧਰੀ ਮਾਪਦੰਡ ਆ, ਵੀ ਜੇ 33% ਘੱਟੋ ਘੱਟ ਜੰਗਲ ਹੋਣੇ ਚਾਹੀਦੇ ਆ ਜੀ। ਪੰਜਾਬ 'ਚ 1.5% ਜੰਗਲ ਆ ਜੀ। ਪੂਰੇ ਦੇਸ਼ ਦੇ ਵਿੱਚ ਜਿਹੜੇ ਆ ਉਹ 11% ਤੋਂ ਜ਼ਿਆਦਾ ਨਹੀਂ ਜੰਗਲ, ਹੈ ਨਾ। ਉਹ ਜਿੱਦਾਂ ਆਪਾਂ ਆ, ਜੰਗਲ ਸਾਹ ਲੈਣ ਲਈ ਆਕਸੀਜਨ ਸਭ ਤੋਂ ਮੁੱਖ ਸਰੋਤ ਆ। ਸਾਹ ਆਇਆ ਨਾ ਆਇਆ ਤੇ ਬੰਦਾ ਖਤਮ, ਹੈ ਨਾ। ਤੇ ਹੁਣ ਕੋਵਿਡ ਦੇ ਜਿਹੜੇ ਪੇਸ਼ੈਂਟ ਸੀਗੇ, ਤੁਸੀਂ ਦੇਖੋ ਵੀ ਆਕਸੀਜਨ ਦੀ ਥੁੜ ਪੈ ਗਈ, ਹੈ ਨਾ। ਆਕਸੀਜਨ ਦੇ ਸਿਲੰਡਰ ਨਹੀਂ ਸੀ ਮਿਲਦਾ। ਓਕੇ, ਦੇਸ਼ ਵਿੱਚ ਕੀ ਆ ਵੀ ਅੰਨ੍ਹੇਵਾਹ ਜਿਹੜੇ ਜੰਗਲ ਆ ਉਹ ਕੱਟੇ ਜਾ ਰਹੇ ਨੇ। ਜਿਹੜੇ ਆਪਣੇ ਸ਼ਹਿਰ ਨੇ ਇੱਦਾਂ ਲੱਗਦਾ ਵੀ ਕੰਕਰੀਟ ਦੇ ਜੰਗਲ ਹੈਗੇ, ਠੀਕ ਹੈ। ਫਿਰ ਪ੍ਰਦੂਸ਼ਣ ਜਿਹੜਾ ਆ ਉਹਦਾ ਪੱਧਰ ਜਿੰਨਾ ਹੋਣਾ ਚਾਹੀਦਾ ਉਨਾ ਹੈ ਨਹੀਂ ਜੀ। ਤੁਸੀਂ ਨਵੀਆਂ ਜਿਹੜੀਆਂ ਹੁਣ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਹੋ ਗਈ ਜੀ, ਜਾਂ ਹਾਰਵਰਡ ਯੂਨੀਵਰਸਿਟੀ ਅਮਰੀਕਾ ਦੇ ਵਿੱਚ, ਉਹ ਨਵੀਆਂ ਖੋਜਾਂ 'ਚ ਕੀ ਆਇਆ ਵੀ ਉਹਨੂੰ ਕੋਵਿਡ ਦੇ ਨਾਲ ਜੋੜ ਕੇ ਦੇਖਿਆ ਗਿਆ। ਅੱਛਾ, ਕੀ ਪ੍ਰਭਾਵ ਨੇ? ਹੁਣ ਮੈਂ ਵੀ ਉਹੀ ਗੱਲ ਕਰ ਰਿਹਾ ਸੀ ਕਿ ਕੋਵਿਡ ਜਿਹੜਾ ਹੈ, ਹਾਂਜੀ, ਇਹਦਾ ਵੀ ਕੋਈ ਸੰਬੰਧ ਹੈ ਇਹਦੇ ਨਾਲ? ਬਿਲਕੁਲ ਜੀ। ਇਹ ਜਿਹੜੀ ਤਾਜ਼ਾ ਤਰੀਨ ਖੋਜ ਹੈ ਉਹਦੇ ਵਿੱਚ ਇਹ ਸਿੱਟੇ ਕੱਢੇ ਆ ਵੀ ਜਿਹੜਾ ਪ੍ਰਦੂਸ਼ਿਤ ਵਾਤਾਵਰਨ ਆ ਜੀ, ਉਹ 8% ਕੋਵਿਡ ਦੇ ਮਤਲਬ ਜਿਹੜੇ ਖਤਰੇ ਨੂੰ ਵਧਾ ਦਿੰਦਾ ਹੈਗਾ। ਵੀ ਜੇ ਇੱਕ ਬੰਦਾ ਮਤਲਬ 1% ਬੰਦਾ ਮਰਦਾ ਤਾਂ 8% ਬੰਦੇ ਮਰਨਗੇ, ਹੈ ਨਾ। ਤਾਂ ਜੇ ਕੋਵਿਡ ਨੂੰ ਹੁਣ ਅੱਗੇ ਦੇਖੋ ਤੁਸੀਂ ਵੀ ਸਾਡੇ ਪ੍ਰਦੂਸ਼ਣ ਕਿੰਨਾ ਆ। ਪ੍ਰਦੂਸ਼ਣ ਦਾ ਪੱਧਰ ਜਲੰਧਰ ਪੰਜਾਬ ਦੇ ਕੇਂਦਰ ਵਿੱਚ ਆ ਜੀ। ਜਲੰਧਰ ਦਾ PAP ਚੌਂਕ, BMC ਚੌਂਕ, ਠੀਕ ਹੈ। ਫਿਰ ਜਿਹੜਾ ਫੁੱਟਬਾਲ ਚੌਂਕ ਜੀ, ਇਹ ਪ੍ਰਦੂਸ਼ਣ ਦੇ ਕੇਂਦਰ ਆ ਪੂਰੇ ਦੇਸ਼ ਵਿੱਚ। ਜੇ ਆਪਾਂ ਲਈਏ ਨਾ ਤੇ ਮੰਡੀ ਗੋਬਿੰਦਗੜ੍ਹ ਪੰਜਾਬ 'ਚ ਤੇ ਜਲੰਧਰ ਜੀ, ਫਿਰ ਪਾਰਟਸ ਆਫ ਲੁਧਿਆਣਾ ਤੇ ਪਾਰਟਸ ਆਫ ਅੰਮ੍ਰਿਤਸਰ, ਹੈ ਨਾ। ਹਾਲਾਂਕਿ ਪਹਿਲਾਂ ਆਪਾਂ ਲੁਧਿਆਣੇ ਨੂੰ ਬਹੁਤ ਜ਼ਿਆਦਾ ਸਮਝਦੇ ਸੀ ਇੰਡਸਟਰੀਅਲ ਏਰੀਆ, ਹੁਣ ਵੀ ਆ, ਹੈ ਨਾ। ਪਰ ਕੁਛ ਹਿੱਸਿਆਂ 'ਚ ਲੁਧਿਆਣਾ ਅੱਗੇ ਆ, ਕੁਛ ਹਿੱਸਿਆਂ 'ਚ ਜਲੰਧਰ ਅੱਗੇ ਆ। ਅੱਛਾ, ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਪਟਿਆਲਾ ਵੀ ਕਿਤੇ ਨਾ ਕਿਤੇ ਜ਼ਿਕਰ ਕੀਤਾ ਸੀ ਕਿ ਪਟਿਆਲਾ ਵੀ ਇਹਨਾਂ ਦੇ ਵਿੱਚ ਸ਼ੁਮਾਰ ਹੈ। ਜਦ ਕਿ ਪਟਿਆਲਾ ਹਾਲੇ ਥੋੜਾ ਬਚਿਆ ਸੀਗਾ, ਹੈ ਨਾ। ਮੈਂ ਉਹੀ ਗੱਲ ਕਰ ਰਿਹਾ ਕਿ ਪਟਿਆਲੇ 'ਚ ਆਪਾਂ ਇਹ ਕਹਿੰਦੇ ਕਿ ਇੰਡਸਟਰੀ ਗ੍ਰੀਨਰੀ ਜ਼ਿਆਦਾ ਆ। ਹਾਂਜੀ, ਇਸੇ ਤਰ੍ਹਾਂ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹੇ ਜਿਹੜੇ ਆ, ਜਾਂ ਹੁਣ ਪਠਾਨਕੋਟ ਜ਼ਿਲ੍ਹਾ ਬਣ ਗਿਆ, ਪਹਿਲਾਂ ਉਹ ਆਪਣਾ ਹੀ ਹਿੱਸਾ ਸੀ ਗੁਰਦਾਸਪੁਰ ਦਾ। ਉਹਨਾਂ ਜ਼ਿਲ੍ਹਿਆਂ ਦੇ ਵਿੱਚ ਕਿਉਂਕਿ ਕੰਢੀ ਦੀ ਬੈਲਟ ਪੈਂਦੀ ਆ ਜੀ, ਤਾਂ ਰੁੱਖ ਬਹੁਤ ਜ਼ਿਆਦਾ ਨੇ, ਇਸ ਕਰਕੇ ਥੋੜਾ ਉੱਥੇ ਬਚਾ ਸੀਗਾ ਜੀ। ਸੋ ਇਹ ਤੋਂ ਅੱਗੇ ਆਪਾਂ ਦੇਖਦੇ ਹਾਂ ਵੀ ਉਹ ਕਹਿੰਦੇ ਆ ਵੀ ਜੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਤੇ ਕੋਵਿਡ ਦਾ ਖਤਰਾ 8% ਵੱਧ ਜਾਂਦਾ ਜੀ। ਤਾਂ ਅਗਲੀ ਗੱਲ ਇਹ ਵੀ ਸਾਡੇ ਉਹ ਪੱਧਰ ਜਿਹੜਾ ਦਿਨ ਬ ਦਿਨ ਵੱਧਦਾ ਜਾ ਰਿਹਾ। 2 ਹਫ਼ਤਿਆਂ ਤੋਂ ਜਿਹੜੀ ਦਿੱਲੀ ਦੀ ਹਵਾ ਆ ਜੀ, ਉਹ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਆ ਵੀ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਕਦੀ ਆਪਾਂ ਦਿੱਲੀ ਸਰਕਾਰ ਨੂੰ ਕੋਸਦੇ ਆ, ਕਦੀ ਦਿੱਲੀ ਸਰਕਾਰ ਗੁਆਂਢੀ ਸੂਬਿਆਂ ਨੂੰ ਕੋਸਦੀ ਹੈ, ਠੀਕ ਹੈ। ਫਿਰ ਇਹ ਆ ਵੀ ਉੱਥੇ ਕੀ ਹੈਗਾ ਵੀ ਜਿਵੇਂ ਨਾ ਖਹਿਰਾ ਸਾਹਿਬ ਆਲੇ ਦੁਆਲੇ ਇਸ ਵੇਲੇ ਝੋਨੇ ਦੀ ਪਰਾਲੀ ਨੂੰ ਅੱਗ ਲੱਗ ਰਹੀ ਹੈ। ਇਹ ਬਹੁਤ ਰੌਲਾ ਪੈ ਰਿਹਾ ਕਿ ਪਰਾਲੀ ਜਿਹੜੀ ਹੈ ਉਹਦਾ ਕਰਕੇ ਪੋਲਿਊਸ਼ਨ ਹੈ, ਪਰ ਫਿਰ ਕਲੀਅਰ ਕੀਤਾ ਗਿਆ ਜੀ ਪਰਾਲੀ ਤਾਂ ਜਿਹੜੀ ਹੈ ਇੱਕ ਸੀਜ਼ਨ 'ਚ ਹੁੰਦੀ ਆ, ਉਹਦਾ ਕੁਝ % ਹੁੰਦਾ ਆ। ਇਹਦੇ ਬਾਰੇ ਦੱਸੋ ਥੋੜਾ। ਹਾਂ, ਉਹੀ ਮੈਂ ਗੱਲ ਕਰਦਾ ਸੀਗਾ ਵੀ ਉਹ ਕਹਿੰਦੇ ਜਿਹੜਾ ਉੱਥੇ ਕੰਸਟਰਕਸ਼ਨ ਨਾਲ ਘੱਟਾ ਉੱਡਦਾ ਜੀ, ਸੜਕਾਂ ਬਣਦੀਆਂ, ਬਿਲਡਿੰਗਾਂ ਬਣਦੀਆਂ, ਇਮਾਰਤ ਵੱਡੀਆਂ ਬਣਦੀਆਂ ਨੇ, ਦਿੱਲੀ ਦੇ ਪ੍ਰਦੂਸ਼ਣ 'ਚ ਉਹਨਾਂ ਦਾ ਵਧੇਰੇ ਯੋਗਦਾਨ ਆ। ਪਰ ਕਿਸੇ ਹੱਦ ਤੱਕ ਹਵਾ ਨੂੰ ਪਰਾਲੀ ਦਾ ਧੂੰਆਂ ਵੀ ਤਾਂ ਮਤਲਬ ਪ੍ਰਭਾਵਿਤ ਕਰਦਾ ਨਾ। ਅਗਲੀ ਗੱਲ, ਸਰਕਾਰ ਕੇਂਦਰ ਕਹਿੰਦੀ ਆ ਵੀ 2,500 ਰੁਪਇਆ ਪ੍ਰਤੀ ਏਕੜ ਆਪਾਂ ਕਿਸਾਨਾਂ ਨੂੰ ਦੇਵਾਂਗੇ ਪਰਾਲੀ ਨੂੰ ਬਿਲੇ ਲਾਉਣ ਦਾ, ਸੰਭਾਲਣ, ਪਰ ਉਹ ਅੱਜ ਤੱਕ ਮਿਲਿਆ ਨਹੀਂ ਹੈਗਾ, ਠੀਕ ਹੈ। ਤੇ ਕਿਸਾਨ ਜੇ ਆਪਣੇ ਤੌਰ ਤੇ ਪ੍ਰਬੰਧ ਕਰਦੇ ਆ ਤੇ ਜੇ ਉਹਨਾਂ ਨੇ ਗੱਠਾਂ ਬੰਨ੍ਹ ਕੇ ਜਿਹੜੀਆਂ ਪੇਪਰ ਮਿੱਲਾਂ ਨੂੰ ਹੀ ਦੇਣਾ ਹੋਵੇ ਤੇ ਉਹ ਪ੍ਰਤੀ ਏਕੜ ਜਿੰਨਾ ਖਰਚ ਆਉਂਦਾ ਨਾ ਸੰਭਾਲਣ ਤੇ ਪਰਾਲੀ ਜਾਂ ਉੱਥੇ ਪਹੁੰਚਾਉਣ ਤੇ ਟਰਾਂਸਪੋਰਟੇਸ਼ਨ ਦਾ, ਢੋਆਈ ਦਾ, ਉਹਦੇ ਨਾਲੋਂ ਘੱਟ ਪੈਸੇ ਜਿਹੜੇ ਉਹਨਾਂ ਮਿੱਲਾਂ 'ਚ ਮਿਲਦੇ ਹੈਗੇ ਆ। ਸੋ ਕਿਸਾਨ ਦੀ ਮਿਹਨਤ ਵੀ ਜਾਂਦੀ ਆ ਤੇ ਪੈਸੇ ਵੀ ਨਹੀਂ ਮਿਲਦੇ। ਗੱਲ ਉਹ ਹੈ ਕਿ ਰੌਲਾ ਪਾਉਣ ਨੂੰ ਸਾਰੀਆਂ ਸਰਕਾਰਾਂ ਅੱਗੇ ਆ, ਜਦੋਂ ਫਿਰ ਗਰਾਊਂਡ ਰਿਐਲਿਟੀ ਆਉਂਦੀ ਆ ਉਹ ਕੁਝ ਹੋਰ ਹੈ ਜਾਂ ਕੰਮ ਨਹੀਂ ਕਰਦੇ। ਬਿਲਕੁਲ, ਜ਼ਮੀਨੀ ਹਕੀਕਤਾਂ ਹੋਰ ਨੇ। ਅਗਲੀ ਗੱਲ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਬਣਿਆ ਹੋਇਆ ਜੀ।
ਤੁਸੀਂ ਦੇਖੋ ਭਈ ਸੰਤ ਬਲਵੀਰ ਸਿੰਘ ਸੀਚੇਵਾਲ ਹੋਰੀ ਉਹਨਾਂ ਨੇ ਵਿਦਡਰਾਅ ਕਰ ਲਿਆ ਸੀ। ਵਿਦਡਰਾਅ ਕਰ ਲਿਆ ਸੀ ਭਈ ਮੈਂ ਇਦਾਂ ਦੀ ਸੰਸਥਾ ਦਾ ਮੈਂਬਰ ਹੀ ਨਹੀਂ ਰਹਿਣਾ ਚਾਹੁੰਦਾ, ਐਡਵਾਈਜ਼ਰੀ ਨਹੀਂ ਬਣਨਾ ਚਾਹੁੰਦਾ। ਜੀ ਜਲੰਧਰ ਦੀ ਜਿਹੜੀ ਇੰਡਸਟਰੀ ਆ ਖਾਸ ਕਰਕੇ ਚਮੜਾ ਉਦਯੋਗ, ਜੀ ਉਹਨਾਂ ਨੇ ਇੰਨਾ ਜਾਣੀ ਕਿ ਪੋਲੂਟੈਂਟ ਜਿਹੜੇ ਆ ਛੱਡੇ ਪਾਣੀ ਵਿੱਚ, ਜਿਹੜਾ ਗੰਦਾ ਨਾਲਾ ਆ, ਜਿਹੜਾ ਜਿਹਨੂੰ ਆਪਾਂ ਕਾਲਾ ਸੰਘਿਆ ਡਰੇਨ ਕਹਿੰਦੇ ਆ, ਬਿਲਕੁਲ ਕਾਲਾ ਸੰਘਿਆ ਡਰੇਨ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਖਹਿਰਾ ਸਾਹਿਬ ਵੀ ਜਿਹੜੇ ਪਿੰਡ ਉੱਤੇ ਵਸੇ ਹੋਏ ਆ ਜੀ ਉੱਥੇ ਜੇ ਮੋਟਾ ਮਤਲਬ ਮੋਟੇ ਤੋਂ ਮੋਟੀ ਚਾਦਰ ਵਾਲਾ ਵੀ ਗੇਟ ਲੱਗਦਾ ਨਾ ਜੀ ਤੇ ਉਹਦੇ ਵਿੱਚ ਮੂਰੀਆਂ ਹੋ ਜਾਂਦੀਆਂ। 6 ਹਵਾ ਦੇ ਪ੍ਰਦੂਸ਼ਣ ਕਰਕੇ 6 ਮਹੀਨੇ ਉੱਥੋਂ ਦੇ ਏਸੀ ਉਹਨਾਂ ਪਿੰਡਾਂ ਦੇ ਖਰਾਬ ਹੋ ਜਾਂਦੇ, ਲੋਕਾਂ ਨੂੰ ਕਾਲਾ ਪੀਲੀਆ ਤੇ ਜਿਹੜੇ ਸਾਹ ਦੇ ਰੋਗ, ਟੀਬੀ ਹੋ ਰਹੀ ਆ, ਹਨਾ, ਫੇਫੜੇ ਗਲ ਰਹੇ ਆ ਲੋਕਾਂ। ਤੁਸੀਂ ਦੇਖੋ ਇੰਨੀ ਪ੍ਰਦੂਸ਼ਿਤ ਹਵਾ ਜਿਹੜੀ ਖਹਿਰਾ ਸਾਹਿਬ ਗੇਟਾਂ 'ਚ ਮੋਰੀਆਂ ਕਰ ਦਿੰਦੀ ਹੋਵੇ ਤਾਂ ਮਨੁੱਖੀ ਸਰੀਰ ਕੀ ਹੁੰਦਾ? ਉਹ ਤਾਂ ਪਾਣੀ ਆ। ਬਿਲਕੁਲ ਇਹ ਵੀ ਗੱਲ ਹੈ ਨਾ ਕਿ ਪਿੱਛੇ ਜੇ ਖਬਰਾਂ ਆਉਂਦੀਆਂ ਸੀ ਕਿ ਬਿਆਸ ਦੇ ਵਿੱਚ ਜਿਹੜਾ ਹੈ ਉਹ ਮੱਛੀਆਂ ਦੀ ਕਿੰਨੀ ਮੌਤ ਹੋ ਗਈ ਹੈ, ਤੇ ਫਿਰ ਐਨਜੀਟੀ ਨੇ ਜੁਰਮਾਨਾ ਵੀ ਲਾਇਆ। ਕਿ ਜੁਰਮਾਨਾ ਲਾਇਆ, ਠੀਕ ਆ। ਐਨਜੀਟੀ 'ਚ ਕੇਸ ਚੱਲਦੇ ਨੇ, ਜਿਵੇਂ ਹੁਣ ਨਕੋਦਰ ਆ ਜਲੰਧਰ ਦੇ ਵਿੱਚ, ਨਕੋਦਰ ਮਿਊਨਿਸਪੈਲਿਟੀ ਨੂੰ ਕਿੰਨੀ ਵਾਰੀ ਸੱਦ ਕੇ ਝਾੜ ਪਾ ਚੁੱਕੀ ਹੈ ਐਨਜੀਟੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ, ਤੇ ਪ੍ਰਣਾਲਾ ਫੇਰ ਉੱਥੇ ਦਾ ਉੱਥੇ। ਰੋਪੜ ਜਿਹੜਾ ਨਕੋਦਰ ਹੈ, ਨਕੋਦਰ ਅੱਡੇ ਤੋਂ ਜਲੰਧਰ ਰੋਡ ਬਣ ਰਹੀ ਆ, ਸਾਲ ਹੋ ਗਿਆ ਬਣਦੀ ਨੂੰ, ਲੋਕਾਂ ਦੇ ਸਿਰ 'ਚ ਰੋਜ਼ ਘੱਟਾ ਪੈਂਦਾ, ਕਿਉਂ ਨਹੀਂ ਉਹ ਟਾਈਮ ਫਰੇਮ ਦੇ ਵਿੱਚ ਇਹ ਚੀਜ਼ਾਂ ਬਣਦੀਆਂ? ਠੀਕ ਹੈ, ਜਾਂ ਕਿਉਂ ਨਹੀਂ ਰਾਤ ਬਰਾਤੇ ਉਹ ਕੰਮ ਹੁੰਦਾ? ਉਹ ਦਿਨ ਨੂੰ ਵੀ ਚੱਲਦਾ, ਰਾਤ ਨੂੰ। ਸੋ ਐਨਜੀਟੀ ਦੀ ਵੀ ਕੋਈ ਪਰਵਾਹ ਨਹੀਂ ਕਰਦਾ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ, ਉਹ ਮਤਲਬ ਸਕੂਲ ਜਾਂ ਹੋਰ ਜਿਹੜੇ ਆ ਸਰਕਾਰੀ ਇਮਾਰਤਾਂ, ਪ੍ਰਾਈਵੇਟ ਇਮਾਰਤਾਂ, ਉਹਨਾਂ ਤੋਂ ਇੱਕ ਸਰਟੀਫਿਕੇਟ ਲੈਂਦੇ ਆ, ਜਿਹੜੇ ਵੱਡੇ ਪੱਧਰ ਤੇ ਜਿਹੜੇ ਕੰਮ ਹੁੰਦੇ ਆ, ਸਰਟੀਫਿਕੇਟ ਵੀ ਮਿਲ ਜਾਂਦਾ। ਸਾਰਾ ਕੁਝ ਹੋ ਰਿਹਾ। ਲੋਕ ਰਿਸ਼ਵਤਖੋਰੀਆਂ ਦਾ ਵੀ ਦੋਸ਼ ਲਾਉਂਦੇ ਆ ਵੀ ਜਿਹੜੇ ਮਾੜੇ ਆ ਉਹਨਾਂ ਨੂੰ ਢਾਉਂਦੀ ਆਣ ਕੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ, ਤਾਂ ਜਿਹੜੇ ਤਕੜੇ ਆ ਉਹਨਾਂ ਨੂੰ ਪੁੱਛਦੀ ਨਹੀਂ ਹੈਗੀ ਜੀ। ਸੋ ਜਦੋਂ ਇਦਾਂ ਦਾ ਵਾਤਾਵਰਨ ਹੋਵੇ ਤਾਂ ਤੁਸੀਂ ਉੱਥੇ ਕੀ ਕਰੋਗੇ? ਵਾਕਈ ਨਰਿੰਦਰ ਜੀ, ਆਪਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ, ਪਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਤੁਹਾਨੂੰ ਇਸ ਬ੍ਰੇਕ ਤੇ ਉਸ ਪਾਰ। ਪੰਜਾਬ ਮੇਲ USA ਚੈਨਲ ਦਾ ਸ਼ਾਨਦਾਰ ਉਪਰਾਲਾ। ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ 'ਚ ਲੇਟੈਸਟ ਕੀ ਚੱਲ ਰਿਹਾ ਹੈ? ਅਮਰੀਕਾ ਦੀ ਸਿਆਸਤ ਕਿੱਦਾਂ ਰੰਗ ਬਦਲ ਰਹੀ ਹੈ? ਇਹ ਸਭ ਜਾਣਨ ਲਈ ਵੇਖੋ ਪੰਜਾਬ ਮੇਲ USA ਚੈਨਲ ਦਾ ਸਪੈਸ਼ਲ ਸ਼ੋਅ US ਇਮੀਗ੍ਰੇਸ਼ਨ ਐਂਡ ਪੋਲਿਟਿਕਸ ਵਿਦ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA, ਪ੍ਰੋਗਰਾਮ ਚੱਲ ਰਿਹਾ ਨਜ਼ਰੀਆ। ਪੰਜਾਬ ਦੀ ਗੱਲ ਕਰ ਲਈਏ ਚਾਹੇ ਦੁਨੀਆ ਦੀ ਗੱਲ ਕਰ ਲਈਏ, ਤਾਪਮਾਨ ਜਿਹੜਾ ਹੈ ਲਗਾਤਾਰ ਵੱਧ ਰਿਹਾ ਹੈ, ਔਰ ਇਸ ਵਾਧੇ ਤਾਪਮਾਨ ਨੇ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਕੀਤੀਆਂ ਨੇ। ਇਹਨੂੰ ਠੱਲ ਪਾਉਣ ਲਈ ਪੂਰੀ ਦੁਨੀਆ ਨੇ ਜਿਹੜਾ ਹੈ ਇੱਕ ਪੈਰਿਸ ਐਗਰੀਮੈਂਟ ਨਾਂ ਦੀ ਸੰਸਥਾ ਸੀ, ਪੈਰਿਸ ਐਗਰੀਮੈਂਟ ਹੋਇਆ ਸੀ, ਜਿਹਦੇ ਵਿੱਚੋਂ ਜਿਹੜਾ ਹੈ ਅਮਰੀਕਾ ਨੇ ਆਪਣਾ ਨਾਂ ਜਿਹੜਾ ਹੈ ਕੱਢ ਲਿਆ ਸੀਗਾ। ਉਸ ਤੋਂ ਬਾਅਦ ਅਮਰੀਕਾ ਦਾ ਲਗਾਤਾਰ ਵਿਰੋਧ ਹੋਇਆ। ਹੁਣ ਜਿਹੜੀ ਇਹ ਗੱਲ ਹੈ ਇਹ ਵੀ ਤੂਲ ਫੜ ਰਹੀ ਹੈ ਕਿ ਆਪ ਇਹ ਕਿਸੇ ਜੋਗੇ ਨਹੀਂ, ਦੂਸਰਿਆਂ ਨੂੰ ਗੱਲਾਂ ਦੱਸ ਰਹੇ ਨੇ। ਸਤੀ ਸਾਹਿਬ, ਇਹ ਜਿਹੜੀ ਗੱਲ ਹੈ ਕਿ ਪੈਰਿਸ ਐਗਰੀਮੈਂਟ ਤੋਂ ਨਾਂ ਲੈ ਲਿਆ ਸੀ ਇਹਨਾਂ ਨੇ ਵਾਪਸ, ਤੇ ਬੜਾ ਵਿਦਰੋਹ ਵੀ ਹੋਇਆ। ਤੇ ਹੁਣ ਦੇਖੋ ਇਹ ਦੂਸਰੇ ਮੁਲਕਾਂ ਨੂੰ ਸੁਝਾਉਣ ਡੇ ਨੇ ਕਿ ਇਹ ਇਦਾਂ ਦੇ ਨੇ, ਉੱਦਾਂ ਦੇ ਨੇ। ਇਹਦੇ ਉੱਤੇ ਮਾੜਾ ਜਿਹਾ ਖਹਿਰਾ ਸਾਹਿਬ ਇੱਦਾਂ ਆ ਵੀ ਜਿਹੜਾ ਪੈਰਿਸ ਸਮਝੌਤਾ ਉਹਨੂੰ ਕਹਿੰਦੇ ਆ, ਪੈਰਿਸ ਪੌਣ ਪਾਣੀ ਸਮਝੌਤਾ, ਉਹਦੇ 'ਚ ਤਕਰੀਬਨ ਦੁਨੀਆ ਦੇ ਮੁੱਖ ਦੇਸ਼, ਬਹੁਤੀ ਦੁਨੀਆ ਉਹਦੇ ਵਿੱਚ ਸ਼ਾਮਲ ਸੀਗੀ, ਔਰ ਉਸ ਸਮਝੌਤੇ ਨੂੰ ਮੰਨਦੇ ਆ, ਠੀਕ ਹੈ, ਉਸ ਐਗਰੀਮੈਂਟ ਨੂੰ, ਅਕੋਰਡ ਨੂੰ। ਪਰ ਅਮਰੀਕਾ ਜਿਹੜਾ ਇਹ ਸਟੈਪ ਬੈਕ ਕਰ ਗਿਆ ਸੀ, ਆਪਣੇ ਆਪ ਨੂੰ ਨਿਖੇੜ ਲਿਆ ਸੀ, ਅਲੱਗ ਕਰ ਲਿਆ ਸੀ। ਉਹਦਾ ਕਾਰਨ ਕੀ ਸੀਗਾ ਕਿ ਅਮਰੀਕਾ ਵਾਪਸ ਇਹ ਤੋਂ ਨਾਂ ਲੈ ਲਿਆ ਸੀ ਇਹਨੇ? ਕਾਰਨ ਇਹ ਆ ਵੀ ਅੱਜ ਤਾਂ ਡੋਨਾਲਡ ਟਰੰਪ ਦਾਅਵਾ ਕਰਦੇ ਆ ਵੀ ਸਭ ਤੋਂ ਘੱਟ ਕਾਰਬਨ ਐਮਿਸ਼ਨਸ ਆ, ਵੀ ਸਾਡੇ ਜਿਹੜਾ ਕਾਰਬਨ ਦਾ ਵਿਸਰਜਨ ਆ ਉਹ ਬਹੁਤ ਘੱਟ ਹੁੰਦਾ ਵਾਤਾਵਰਨ ਦੇ ਵਿੱਚ ਜੀ, ਜਦ ਕਿ ਅਮਰੀਕਾ 'ਚ ਅੱਧੀ ਦੁਨੀਆ ਦੀਆਂ ਗੱਡੀਆਂ ਇਕੱਲੇ ਅਮਰੀਕਾ 'ਚ ਹੋਣਗੀਆਂ, ਠੀਕ ਹੈ। ਸਭ ਤੋਂ ਵੱਧ ਫਿਊਲ ਦੀ ਕੰਜ਼ੰਪਸ਼ਨ ਉੱਥੇ ਹੋ ਰਹੀ ਆ, ਠੀਕ ਹੈ। ਅਮਰੀਕਾ ਦਾ ਫਿਊਲ ਦਾ ਹੀ ਰੌਲਾ ਆ ਵੀ ਇਹ ਨਿੱਕੇ ਮੋਟੇ ਦੇਸ਼ਾਂ ਨੂੰ ਦੱਬ ਕੇ, ਜਿਵੇਂ ਹੁਣ ਇਰਾਕ ਹੈ, ਇਰਾਕ 'ਤੇ ਹਮਲਾ ਕਿਉਂ ਕੀਤਾ ਸੀ? ਵੀ ਬਿਨ ਲਾਦੇਨ ਜੀ ਜਿਹੜਾ ਆ ਮਤਲਬ ਉਹਨੂੰ ਫੜਨਾ ਹੈਗਾ, ਜਾਂ ਜਿਹੜਾ ਉਹਨਾਂ ਦਾ ਸਦਾਮ ਹਸੈਨ ਆ ਵੀ ਉਹ ਅਮਰੀਕਾ ਦੇ ਖਿਲਾਫ ਆ, ਉੱਥੇ ਕੈਮੀਕਲ ਵੈਪਨ ਨੇ। ਅੱਜ ਤੱਕ ਮੁੜ ਕੇ ਤੁਸੀਂ ਕੋਈ ਗੱਲ ਸੁਣੀ ਆ ਵੀ ਉੱਥੋਂ ਕੈਮੀਕਲ ਵੈਪਨ ਜਿਹੜੇ ਉਹ ਮਿਲੇ ਹੋਣ? ਠੀਕ ਹੈ, ਰਸਾਇਣਿਕ ਹਥਿਆਰ ਕਦੀ ਮਿਲੇ ਹੋਣ? ਉਹ ਬਿਨ ਲਾਦੇਨ ਵੀ ਮਰ ਗਿਆ, ਉਸ ਤੋਂ ਬਾਅਦ ਸਦਾਮ ਹਸੈਨ ਵੀ ਮਾਰ ਦਿੱਤਾ ਲੱਭ ਕੇ। ਉਹ ਬੰਦਾ ਸੀ ਸਦਾਮ ਹਸੈਨ ਜਿਹੜਾ ਮੱਧ ਯੁੱਗ 'ਚੋਂ ਆਧੁਨਿਕ ਯੁੱਗ ਵਿੱਚ ਲੈ ਕੇ ਆਇਆ ਸੀ ਉਹਨਾਂ ਨੂੰ, ਮੁਲਕ ਨੂੰ। ਤੁਸੀਂ
ਜਦੋਂ ਹਮਲਾ ਹੋਇਆ ਨਾ ਜੀ ਉਦੋਂ ਇੱਕ ਅਖਬਾਰ ਨੇ ਫਰੰਟ ਪੇਜ ਤੇ ਬਹੁਤ ਵੱਡੀ ਫੋਟੋ ਲਾਈ ਸੀ। ਉਹ 'ਚ ਇੱਕ ਯੂਨੀਵਰਸਿਟੀ ਦੀ ਵਿਦਿਆਰਥਣ ਪੁੱਛ ਰਹੀ ਆ ਅਮਰੀਕੀ ਜਰਨੈਲ ਨੂੰ ਬਾਜ਼ਾਰ 'ਚ, ਮਤਲਬ ਉੱਥੋਂ ਦੇ ਰਾਜਧਾਨੀ 'ਚ ਬਗਦਾਦ ਦੇ ਵਿੱਚ, ਭਈ ਤੂੰ ਇੱਥੇ ਕੀ ਕਰਨਾ ਆ, ਗੋ ਬੈਕ ਟੂ ਯੂਰ ਕੰਟਰੀ, ਦਿਸ ਇਜ਼ ਮਾਈ ਕੰਟਰੀ। ਭਈ ਸਦਾਮ ਹੁਸੈਨ ਸਾਡਾ ਹੀਰੋ ਹੈ, ਅਸੀਂ ਉਹਦੀ ਮਤਲਬ ਬਦੌਲਤ ਯੂਨੀਵਰਸਿਟੀਆਂ 'ਚ ਪੜ੍ਹ ਰਹੀਆਂ, ਉਹ ਸਾਡੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਇਆ ਹੈਗਾ, ਪਰ ਉਸ ਬੰਦੇ ਨੂੰ ਮਾਰ ਮੁਕਾਇਆ ਗਿਆ। ਉਸ ਤੋਂ ਬਾਅਦ ਹਥਿਆਰ ਵੀ ਨਹੀਂ ਮਿਲੇ। ਗੱਲ ਕੀ ਸੀ? ਗੱਲ ਉੱਥੇ ਸਿਰਫ ਜਿਹੜੇ ਉੱਥੋਂ ਦੇ ਤੇਲ ਭੰਡਾਰ ਆ ਉਹਦੇ ਤੇ ਕਬਜ਼ਾ ਸੀ। ਅੱਜ ਤੱਕ ਉੱਥੇ ਫੌਜ ਬੈਠੀ ਆ, ਅੱਜ ਤੱਕ ਉੱਥੋਂ ਦਾ ਜਿਹੜਾ ਤੇਲ ਆ ਅਮਰੀਕਾ ਨੂੰ ਢੋਇਆ ਜਾ ਰਿਹਾ। ਬਹੁਤ ਮਾੜਾ ਹਾਲ ਹੈ ਉਹਨਾਂ ਦਾ। ਓਕੇ, ਉਸ ਪਿੱਛੋਂ ਇਹ ਹਟ ਗਏ ਉਸ ਸਮਝੌਤੇ ਤੋਂ ਪਿੱਛੇ। ਕਾਰਨ ਕੀ? ਵੀ ਸਾਡੇ ਨਾਲ ਜੀ ਉੱਥੇ ਠੀਕ ਰਵੱਈਆ ਨਹੀਂ ਮਤਲਬ ਅਪਣਾਇਆ ਗਿਆ। ਅਮਰੀਕਾ ਹਰ ਗੱਲ 'ਚ ਆਪਣੇ ਆਪ ਨੂੰ ਥਾਣੇਦਾਰ ਸਮਝਦਾ ਦੁਨੀਆ ਦਾ, ਗਲੋਬਲ ਪੁਲਿਸਮੈਨ ਆਪਣੇ ਆਪ ਨੂੰ ਕਹਾਉਂਦਾ ਹੈ। ਬਈ ਜਦੋਂ ਪਿੱਛੇ ਜੇ ਇਹਨਾਂ ਨੇ ਚੀਨ ਨੂੰ ਕਿਹਾ ਵੀ ਤੁਹਾਡੇ ਨਾ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਤੇ ਉਹਨਾਂ ਦੀ ਉਲੰਘਣਾ ਹੋ ਰਹੀ ਵੱਡੇ ਪੱਧਰ ਤੇ, ਚੀਨ ਨੇ ਘੁਰਕੀ ਦਿੱਤੀ ਵਿਦੇਸ਼ ਵਿਭਾਗ ਨੇ ਵੀ ਤੂੰ ਆਪਣੇ ਦੇਸ਼ ਦੇ ਵਿੱਚ ਦੇਖ ਕਾਲਿਆਂ ਦਾ ਤੁਸੀਂ ਕੀ ਹਾਲ ਕਰ ਰਹੇ ਹੋ, ਠੀਕ ਹੈ, ਥਰਡ ਵਰਲਡ ਕੰਟਰੀਜ਼ ਦੇ ਲੋਕਾਂ ਨੂੰ ਤੁਸੀਂ ਕਿੱਦਾਂ ਟ੍ਰੀਟ ਕਰਦੇ ਆ, ਤੇ ਸਾਡੇ ਨਾ ਜਿਹੜਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਅਸੀਂ ਆਪੇ ਦੇਖ ਲਵਾਂਗੇ। ਓਕੇ, ਤਕੜੇ ਤੋਂ ਡਰਦੇ ਨੇ, ਮਾੜੇ ਦੇਸ਼ਾਂ ਨੂੰ ਦੱਬਦੇ ਆ, ਠੀਕ ਹੈ। ਉਸ ਤੋਂ ਬਾਅਦ ਕੀ ਆ ਭਈ ਇਹ ਜਿੱਦਾਂ ਪੈਰਿਸ ਸਮਝੌਤੇ ਤੋਂ ਪਿੱਛੇ ਹਟ ਗਏ ਅਮਰੀਕਾ ਵਾਲੇ, ਭਈ ਇਹ ਜਿਹੜਾ ਸਾਡੇ ਨਾਲ ਸਾਡੇ ਮੁਲਕ ਦੇ ਨਾਲ ਠੀਕ ਰਵੱਈਆ ਨਹੀਂ ਅਪਣਾਇਆ ਗਿਆ ਤੇ ਇਸ ਕਰਕੇ ਅਸੀਂ ਇਹ ਕੀ ਬਹਾਨਾ ਹੋਇਆ ਜੀ, ਠੀਕ ਹੈ। ਫਿਰ ਐਮਿਸ਼ਨਸ ਦਾ ਰੌਲਾ ਪਾਉਂਦਾ ਵੀ ਸਭ ਤੋਂ ਵੱਧ ਮਤਲਬ ਘੱਟ ਸਾਡੇ ਕਾਰਬਨ ਐਮਿਸ਼ਨਸ ਨੇ, ਜਦ ਕਿ ਅਮਰੀਕਾ 'ਚ ਵੱਡੀ ਗਿਣਤੀ 'ਚ ਜਿਹੜੀ ਮਤਲਬ ਵੱਡੀ ਮਾਤਰਾ ਦੇ ਵਿੱਚ ਕਾਰਬਨ ਐਮਿਸ਼ਨਸ ਹੁੰਦੇ ਨੇ, ਠੀਕ ਹੈ। ਅਗਲੀ ਗੱਲ ਕਿ ਅਮਰੀਕਾ ਨੇ ਪੂਰੀ ਦੁਨੀਆ ਦਾ ਠੇਕਾ ਲਿਆ ਹੋਇਆ, ਠੀਕ ਹੈ। ਫਿਰ ਤੁਸੀਂ ਇਹ ਦੇਖੋ ਭਈ ਅਮਰੀਕਾ ਭਾਰਤ ਨੂੰ ਇੱਕ ਬੰਨੇ ਆਪਣਾ ਮਿੱਤਰ ਦੇਸ਼ ਦੱਸ ਰਿਹਾ ਡੋਨਾਲਡ ਟਰੰਪ, ਦੂਸਰੇ ਬੰਨੇ ਮਿੱਤਰ ਦੇਸ਼ ਨੂੰ ਗੰਦਾ ਕਹਿ ਰਿਹਾ। ਸੋ ਕੁੱਲ ਮਿਲਾ ਕੇ ਇਹ ਆ ਵੀ ਵਾਤਾਵਰਨ ਤੇ ਜੇ ਆਪਾਂ ਉਹਨਾਂ ਦੀ ਗੱਲ ਨੂੰ ਪਾਸੇ ਵੀ ਰੱਖ ਲਈਏ ਤੇ ਇੱਥੇ ਬਹੁਤ ਸਾਰਾ ਕੰਮ ਹੋਣ ਵਾਲਾ ਆ। ਪਹਿਲੀ ਗੱਲ ਤਾਂ ਇਹ ਆ ਵੀ ਜੰਗਲ ਲੱਗਣੇ ਚਾਹੀਦੇ, ਠੀਕ ਹੈ। ਜਿਵੇਂ ਹੁਣ ਪਿੱਛੇ ਮੱਤੇਵਾੜਾ ਜੰਗਲ ਹੈ ਲੁਧਿਆਣਾ ਜ਼ਿਲ੍ਹੇ 'ਚ ਪੈਂਦਾ, ਉਹਦਾ ਕਿੰਨਾ ਰੌਲਾ ਪੰਜਾਬ 'ਚ ਪੈ ਕੇ ਹਟਿਆ। ਆਪਾਂ ਬਾਕੀ ਸੂਬਿਆਂ ਦੀ ਗੱਲ ਨਾ ਕਰੀਏ, ਹਾਲੇ ਸਾਊਥ ਮੱਧ ਭਾਰਤ ਵਿੱਚ ਜੰਗਲ ਥੋੜ੍ਹੇ ਬਹੁਤ ਬਚੇ ਹੋਏ ਆ। ਤਾਂ ਮੱਤੇਵਾੜਾ ਜੰਗਲ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਪਿਆ, ਵਿਰੋਧ ਕਰਨਾ ਪਿਆ, ਸੋਸ਼ਲ ਮੀਡੀਆ ਤੇ ਮਤਲਬ ਉਹਦੇ ਲਈ ਹਾਂ ਦਾ ਨਾਰਾ ਮਾਰਿਆ ਪਿਆ, ਠੀਕ ਹੈ। ਫਿਰ ਪੰਜਾਬ ਦੇ ਵਿੱਚ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੱਡੇ ਪੱਧਰ ਤੇ ਜੰਗਲ ਲਾ ਰਹੇ ਨੇ, ਠੀਕ ਹੈ। ਉਹਨਾਂ ਨੇ ਇੱਕ ਪੂਰਾ ਵਿਭਾਗ ਹੀ ਯੂਨੀਵਰਸਿਟੀਆਂ ਦੇ ਇੰਜੀਨੀਅਰ ਉਹਨਾਂ ਦੇ ਨਾਲ ਨੇ, ਵਾਤਾਵਰਨ ਵਿਗਿਆਨੀ ਉਹਨਾਂ ਦੇ ਨਾਲ ਨੇ। ਡਾਕਟਰ ਗੁਰਸ਼ਰਨ ਸਿੰਘ ਰੰਧਾਵਾ IIT ਰੁੜਕੀ ਤੋਂ ਸੇਵਾ ਮੁਕਤ ਹੋਏ ਹੈ, ਉਹ ਬਾਅਦ ਦੇ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਹ ਵਾਈਸ ਚਾਂਸਲਰ ਵੀ ਲੱਗੇ 1 ਰੁਪਈਆ ਤਨਖਾਹ ਤੇ, ਪਰ ਹੁਣ ਉਹ ਫਿਰ ਛੱਡ ਕੇ ਆ ਗਏ ਉੱਥੇ, ਹੈ ਨਾ। ਉਹਨਾਂ ਵਰਗੇ ਲੋਕ ਉਹਨਾਂ ਨੇ ਨਾਲ ਲਾਏ ਹੋਏ ਆ। ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਇੱਕ ਰਿਵੂਲਟ, ਇੱਕ ਬੇਈ ਜਿਹੜੀ ਸਾਡੇ ਲਈ ਧਾਰਮਿਕ ਮਤਲਬ ਆਸਥਾ ਵੀ ਰੱਖਦੀ ਆ, ਮੁਕੱਦਸ ਸਥਾਨ ਆ ਸਾਡੇ ਲਈ, ਕਿਉਂਕਿ ਉਹਦੇ ਮਤਲਬ ਕੰਢੇ ਤੇ ਬਾਬਾ ਨਾਨਕ ਵਸਦਾ ਰਿਹਾ ਸਾਡਾ, ਔਰ ਉਹਦੇ ਵਿੱਚ ਚੁੱਭੀ ਮਾਰਨ ਤੋਂ ਬਾਅਦ ਤੀਜੇ ਦਿਨ ਪ੍ਰਗਟ ਹੁੰਦੇ ਆ ਤੇ ਉਹ ਮਤਲਬ ਕਹਿੰਦੇ ਆ ਵੀ ਮੈਨੂੰ ਗਿਆਨ ਹਾਸਲ ਹੋ ਗਿਆ। ਉਹ ਬਈ ਟੇਰਕੀਆਣੇ ਤੋਂ ਅਗਲੇ ਬੰਨੇ ਜਾ ਕੇ ਜਾਣੀ ਕਿ ਦਸੂਹਾ ਤਹਿਸੀਲ ਦੇ ਵਿੱਚ ਸ਼ੰਭ ਜਿਹੇ ਚੋਂ ਨਿਕਲਦੀ ਹੈ ਤੇ ਕਿੰਨਾ ਲੰਮਾ ਸਫ਼ਰ ਕਰਕੇ ਉਹ ਸੁਲਤਾਨਪੁਰ ਲੋਧੀ ਕੋਲ ਦੀ ਗਾਂ ਦਰਿਆ ਸਤਲੁਜ ਵਿੱਚ ਡਿੱਗਦੀ ਹੈ। ਉਹਨੂੰ ਸਾਫ਼ ਕਰਨ ਦਾ ਤਹਈਆ ਕਰ ਲਿਆ ਬਾਬਾ ਜੀ ਨੇ, ਸੰਤ ਬਾਬਾ ਸੇਵਾ ਸਿੰਘ ਸੀਚੇਵਾਲ। ਔਰ ਉਹਨਾਂ ਦੇ ਕੰਮ ਨੂੰ ਦੇਖਦਿਆਂ ਉਸ ਵੇਲੇ ਦੇ ਰਾਸ਼ਟਰਪਤੀ ਮਰਹੂਮ ਅਬੁਲ ਕਲਾਮ ਆਜ਼ਾਦ ਤੱਕ ਉੱਥੇ ਜਿਹੜੇ ਆਉਂਦੇ ਨੇ, ਠੀਕ ਹੈ। ਉਹ ਇੰਨਾ ਕੰਮ ਉਹਨਾਂ ਨੇ ਇਕੱਲਿਆਂ ਨੇ ਕੀਤਾ, ਠੀਕ ਹੈ। ਫਿਰ ਹੋਰ ਜਿਹੜੀਆਂ ਸੰਸਥਾਵਾਂ ਨੇ ਹੁਣ ਉਹ ਜੰਗਲ ਲਾ ਰਹੀਆਂ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਆਪਣੇ ਕੋਲੋਂ ਪੌਦੇ ਦਿੰਦੇ ਆਪਣੇ ਕੋਲ, ਠੀਕ ਹੈ। ਇੱਕ ਤਾਂ ਇਹ ਕੰਮ ਹੋਣ ਵਾਲਾ। ਦੂਸਰਾ ਖਟਾਰਾ ਗੱਡੀਆਂ, ਇੱਕ ਬੰਨੇ ਕਾਨੂੰਨ ਆ ਵੀ ਮਤਲਬ ਇੰਨੇ ਸਾਲ ਤੋਂ ਬਾਅਦ ਡੀਜ਼ਲ ਗੱਡੀਆਂ ਨਹੀਂ ਚੱਲ ਸਕਦੀਆਂ, ਚੱਲ ਰਹੀਆਂ, ਠੀਕ ਹੈ। ਫਿਰ ਕੋਈ ਹਵਾ ਦਾ ਪੱਧਰ ਨਹੀਂ, ਕਿਤੇ ਚੈਕਿੰਗ ਨਹੀਂ। ਵਿਦੇਸ਼ਾਂ ਦੇ ਵਿੱਚ ਸਾਲ ਬਾਅਦ ਗੱਡੀ ਦੀ ਇੰਸਪੈਕਸ਼ਨ ਹੁੰਦੀ ਆ ਵੀ ਧੂੰਆਂ ਤਾਂ ਨਹੀਂ ਮਾਰਦੀ, ਠੀਕ ਹੈ। ਸਾਡੇ ਇੱਥੇ ਪੀਟਰ ਰੇੜੇ ਜਗਾੜੂ ਗੱਡੀਆਂ ਚੱਲ ਰਹੀਆਂ ਹੈਗੀਆਂ, ਠੀਕ ਹੈ। ਉਹ ਮਤਲਬ ਗੁਰਬਤ ਇੱਕ ਗੱਲ ਆ, ਪਰ ਵਾਤਾਵਰਨ ਪ੍ਰਦੂਸ਼ਿਤ ਕਰਨਾ ਦੂਸਰੀ ਗੱਲ ਆ। ਇਕੱਲਾ ਇੱਥੇ ਹਵਾ ਦਾ ਪ੍ਰਦੂਸ਼ਣ ਜਿਹੜਾ ਆ ਉਹੀ ਨਹੀਂ, ਜਿਹੜਾ ਸ਼ੋਰ ਪ੍ਰਦੂਸ਼ਣ ਆ, ਸੁਪਰੀਮ ਕੋਰਟ ਪਾਬੰਦੀ ਲਾ ਚੁੱਕੀ ਆ ਇਹਦੇ ਉੱਤੇ, ਆਪਣੇ ਜਿਹੜੇ ਪ੍ਰੈਸ਼ਰ ਹਾਰਨਸ ਨੇ, ਹੂਟਰਸ ਤੇ।
ਤਾਂ ਕਿਉਂ ਨਹੀਂ ਉਹ ਫੈਕਟਰੀਆਂ ਬੰਦ ਹੋ ਜਾਂਦੀਆਂ, ਉਹਨਾਂ ਦੀ ਸੇਲ ਕਿਵੇਂ ਹੋ ਰਹੀ ਆ, ਕਿਵੇਂ ਉਹ ਗੱਡੀਆਂ 'ਚ ਲੱਗਦੇ ਨੇ, ਕਿੰਨੀ ਕੁ ਉਹਨਾਂ ਦੀ ਰੋਜ਼ ਚੈਕਿੰਗ ਹੁੰਦੀ ਹੈ ਜੀ ਠੀਕ ਹੈ। ਔਰ ਸਕੂਲਾਂ ਕਾਲਜਾਂ ਹਸਪਤਾਲਾਂ ਦੇ ਕੋਲ ਵੀ ਉਹ ਲੋਕੀ ਹੂਟਰ ਵਜਾਉਂਦੇ ਲੰਘਦੇ ਇਹ ਆ। ਗੱਲ ਪਟਾਕਿਆਂ ਦੇ ਉੱਤੇ ਵੀ ਮੈਨੂੰ ਲੱਗਦਾ ਲਾਗੂ ਹੁੰਦੀ ਹੈ। ਹਰ ਸਾਲ ਦੀਵਾਲੀ ਦੇ ਕੋਲ ਜਾ ਕੇ ਐਨਜੀਟੀ ਕਹਿੰਦੀ ਹੈ ਜੀ ਇਸ ਵਾਰ ਪਟਾਕੇ ਚੱਲੇ ਤੇ ਆ ਹੋ ਜੂ, ਸੁਪਰੀਮ ਕੋਰਟ ਕਹਿੰਦਾ ਜੀ ਇਸ ਵਾਰੀ ਚੱਲੇ ਤੇ ਆ ਹੋ ਜੂ, ਫਿਰ ਅਸੀਂ ਸ਼ਰੇਆਮ ਉਹਨੂੰ ਤੋੜਦੇ ਹਾਂ, ਸ਼ਰੇਆਮ ਭੰਗਦੇ ਹਾਂ, ਕੁਝ ਵੀ ਨਹੀਂ ਫਰਕ ਪੈਂਦਾ। ਉਹ ਮਤਲਬ ਜਦੋਂ ਕਾਨੂੰਨ ਲਾਗੂ ਹੀ ਨਹੀਂ ਹੋਣਾ, ਜਦ ਸਖਤੀ ਨਹੀਂ ਹੋਣੀ, ਤਾਂ ਲੋਕ ਉਹ ਸੋਚਦੇ ਆ ਵੀ ਬਸ ਕਿਹੜਾ ਕੋਈ ਦੇਖ ਪਾਏਗਾ ਨਾ, ਆਪਣੇ ਘਰ ਮੂਹਰੇ ਕੂੜਾ ਚੱਕੋ, ਗੁਆਂਢੀਆਂ ਦੇ ਮੂਹਰੇ ਢੇਰੀ ਲਾ ਦਿਓ ਠੀਕ ਹੈ। ਸੋ ਇਸ ਤਰ੍ਹਾਂ ਦੀ ਜਦ ਤੱਕ ਮਾਨਸਿਕਤਾ ਰਹਿਣੀ ਆ, ਮੈਂ ਸਮੁੱਚੇ ਮਤਲਬ ਭਾਈਚਾਰੇ ਨੂੰ, ਸਮੁੱਚੇ ਸਮਾਜ ਨੂੰ ਦੋਸ਼ ਨਹੀਂ ਦਿੰਦਾ, ਉਹਦੇ ਵਿੱਚ ਇਹੋ ਜਿਹੇ ਲੋਕ ਵੀ ਹੈਗੇ ਆ ਹਨਾ, ਪਰ ਜਦ ਤੱਕ ਆਪਾਂ ਸਮੂਹਕ ਹੰਭਲਾ ਨਹੀਂ ਮਾਰਦੇ ਨਾ ਖਹਿਰਾ ਸਾਹਿਬ, ਵਾਤਾਵਰਨ ਪ੍ਰਦੂਸ਼ਣ, ਚਾਹੇ ਉਹ ਸ਼ੋਰ ਪ੍ਰਦੂਸ਼ਣ ਆ, ਚਾਹੇ ਉਹ ਹਵਾ ਦਾ ਪ੍ਰਦੂਸ਼ਣ ਆ ਠੀਕ ਹੈ ਨਾ, ਤੇ ਇਹ ਸਾਰਾ ਕੁਝ ਤਾਂ ਹੀ ਠੀਕ ਹੋਊਗਾ, ਜੰਗਲ ਲੱਗਣ, ਜਿਹੜੇ ਪ੍ਰੈਸ਼ਰ ਹਾਰਨ ਆ ਉਹ ਬੰਦ ਹੋਣ ਠੀਕ ਹੈ, ਫਿਰ ਇਹ ਹੌਲੀ ਹੌਲੀ ਜਿਹੜਾ ਆ ਵਾਤਾਵਰਨ ਸੁਧਰੇਗਾ। ਕਿਤੇ ਨਾ ਕਿਤੇ ਤਾਣਾ ਬਾਣਾ ਇੱਕ ਦੂਸਰੇ ਨਾਲ ਜੁੜਿਆ, ਆਪਾਂ ਕਹਿੰਦੇ ਹਾਂ ਜੀ ਪ੍ਰੈਸ਼ਰ ਔਨ ਹਟਣਗੇ, ਮਤਲਬ ਫਿਰ ਉਸ ਤੋਂ ਗੱਲ ਇਹ ਵੀ ਆ ਜਾਂਦੀ ਕਿ ਆਪਾਂ ਕਾਰ ਪੂਲਿੰਗ ਕਰ ਲਈਏ, ਪਬਲਿਕ ਟਰਾਂਸਪੋਰਟ ਵਧੀਆ ਹੋ ਜਾਵੇ, ਇਸ ਤਰ੍ਹਾਂ ਕਰਨ ਨੂੰ ਕੋਈ ਤਿਆਰ ਨਹੀਂ ਹੈ। ਔਰ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਦੂਸਰੇ ਨਾਲ ਜੁੜੀਆਂ, ਪਰ ਕਿਤੇ ਨਾ ਕਿਤੇ ਚਲੋ ਆਪਾਂ ਉਸ ਮੁੱਦੇ ਤੇ ਮੁੜਦੇ ਹਾਂ ਕਿ ਡੋਨਾਲਡ ਟਰੰਪ ਨੂੰ ਜਿਹੜੀ ਹੈ ਇਹ ਇਸ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ, ਪਰ ਇਹ ਕਿਤੇ ਨਾ ਕਿਤੇ ਦੇਖਿਆ ਜਾਂਦਾ ਇਹ ਪਹਿਲਾ ਬਿਆਨ ਉਹਨਾਂ ਦਾ ਹੈ ਨਹੀਂ। ਆਪਾਂ ਪਹਿਲਾਂ ਜਿੱਦਾਂ ਗੱਲ ਕਰ ਲਈ ਕਿ ਪਹਿਲਾ ਬਿਆਨ ਹੈ ਨਹੀਂ, ਇਹ ਇਦਾਂ ਦਾ ਜਿਹੜੇ ਨੇ ਪਹਿਲੀ ਵਾਰੀ ਇਦਾਂ ਦਾ ਪ੍ਰੈਜ਼ੀਡੈਂਟ ਕੋਈ ਦੇਖਿਆ ਗਿਆ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਐਂ ਲੱਗ ਰਿਹਾ ਕਿ ਬੌਸ ਬਣਿਆ ਫਿਰਦਾ। ਬਿਲਕੁਲ, ਫਿਰ ਜੇ ਆਪਾਂ ਕਹੀਏ ਬਲੈਕ ਲਾਈਫ ਮੈਟਰ, ਕਾਲੇ ਲੋਕਾਂ ਨਾਲ ਵੀ ਇਹੀ ਕੁਝ ਹੋ ਰਿਹਾ, ਔਰ ਇਹ ਕਿਤੇ ਨਾ ਕਿਤੇ ਪੂਰੀ ਇਹ ਇਦਾਂ ਦੇ ਵਿਤਕਰੇ ਵਾਲੇ ਜਿਹੜੇ ਜਵਾਬ ਆ ਜਾਂ ਇਦਾਂ ਦੇ ਕਮੈਂਟ ਕਰਨੇ ਇਹ ਕਿੱਥੋਂ ਤੱਕ ਸਹੀ ਹੈ? ਬਿਲਕੁਲ ਗਲਤ ਹੈ। ਜੋ ਬਾਈਡਨ ਹੋਰੀ ਕਹਿ ਚੁੱਕੇ ਆ ਪਿਛਲੇ ਦਿਨੀ ਭਈ ਜਿਹੜਾ ਨਸਲੀ ਹਿੰਸਾ ਫੈਲਾਉਣ ਦੇ ਵਿੱਚ ਡੋਨਾਲਡ ਟਰੰਪ ਦਾ ਸਭ ਤੋਂ ਵੱਧ ਰੋਲ ਹੈਗਾ ਹਨਾ। ਭਈ ਜਿਵੇਂ ਪਿੱਛੇ ਇੱਕ ਕਾਲਾ ਪੁਲਿਸ ਨੇ ਵਧੀਕੀ ਕਰਕੇ ਮਾਰ ਦਿੱਤਾ ਜੀ, ਸੰਘੀ ਨੱਪ ਰੱਖੀ ਹੈ ਕਿੰਨਾ ਚਿਰ, ਉਸ ਮਸਲੇ ਨੂੰ ਲੈ ਕੇ ਹੋਰ ਨੂੰ ਇਹ ਕਹਿੰਦੇ ਜਿਹੜੀਆਂ ਇਹਦੇ ਬਿਆਨ ਨੇ ਡੋਨਾਲਡ ਟਰੰਪ ਦੇ, ਉਹ ਬਲਦੀ ਤੇ ਤੇਲ ਦਾ ਕੰਮ ਕਰ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ, ਭਈ ਨਸਲੀ ਲੀਹਾਂ ਤੇ ਦੇਸ਼ ਨੂੰ ਮਤਲਬ ਲਿਆਣ ਕੇ ਖੜਾ ਕਰ ਦਿੱਤਾ ਹੈਗਾ। ਉਹ ਇਦਾਂ ਲੱਗ ਰਿਹਾ ਕਿ ਉਸ ਬੰਦੇ ਹੱਥ ਗਲੇਲ ਹੈ ਜਿਹਨੂੰ ਚਲਾਉਣੀ ਨਹੀਂ ਆਉਂਦੀ, ਜਾਂ ਫਿਰ ਕਹਿ ਲਓ ਕਿ ਉਹ ਪਤਾ ਨਹੀਂ ਆਪਣੀ ਮਰਜ਼ੀ ਨਾਲ ਚਲਾਉਣ ਡਿਆ। ਜੇ ਆਪਾਂ ਇਹ ਗੱਲ ਕਰ ਲਈਏ, ਜਦੋਂ ਕਰੋਨਾ ਸ਼ੁਰੂ ਹੀ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਕਹਿੰਦਾ ਸੀ ਜੀ ਸੈਨੀਟਾਈਜ਼ਰ ਦੇ ਟੀਕੇ ਲਾ ਦਿਓ ਜਾਂ ਸੈਨੀਟਾਈਜ਼ਰ ਪਿਲਾ ਦਿਓ। ਇਹ ਵੀ ਕੋਈ ਇਦਾਂ ਦੇ ਬਿਆਨ ਜਿਹੜੇ ਦੇਖੋ ਹੁਣ ਸਾਡੇ ਉਹਨਾਂ ਨੇ ਫਿਰ ਇੱਥੇ ਤੱਕ ਕਿਹਾ ਭਈ ਸਾਡੇ ਕੋਵਿਡ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਤੇ ਵੀ ਸਵਾਲ ਉਠਾਇਆ, ਹਾਲਾਂਕਿ ਸਾਡੇ ਜਿਹੜੇ ਮਰਨ ਵਾਲੇ ਲੋਕਾਂ ਦੀ ਗਿਣਤੀ ਆ ਉਹ ਬਹੁਤ ਘੱਟ ਫੀਸਦ ਆ ਠੀਕ ਆ, ਬਹੁਤ ਸਾਰੇ, ਜੇ ਮਤਲਬ ਸਭ ਤੋਂ ਵੱਧ ਆ ਸ਼ਾਇਦ, ਇੰਨੇ ਲੋਕ ਠੀਕ ਹੋ ਰਹੇ ਆ। ਯੂਰਪ 'ਚ ਬਿਮਾਰ ਹੁੰਦੇ ਲੋਕ ਮਰ ਵੀ ਰਹੇ ਆ, ਅਮਰੀਕਾ 'ਚ ਇਕੱਲੇ ਅਮਰੀਕਾ 'ਚ ਕਿੰਨੀਆਂ ਮਤਲਬ ਮੌਤਾਂ ਹੋ ਚੁੱਕੀਆਂ। ਪਹਿਲਾਂ ਆਪਣੇ ਦੇਸ਼ ਵੱਲ ਇਹਨਾਂ ਨੂੰ ਦੇਖਣਾ ਚਾਹੀਦਾ, ਫਿਰ ਸਾਡੇ ਭਾਰਤ ਦੀ ਗੱਲ ਕਰਨੀ ਚਾਹੀਦੀ। ਵਾਕਈ ਆਪਣੀ ਪੀੜ੍ਹੀ ਥੱਲੇ ਪਹਿਲਾਂ ਸੂਟਾਂ ਮਾਰ ਲਓ। ਤੇ ਲੋਕ ਜਿਹੜੇ ਆ ਅੱਜ ਕੱਲ੍ਹ ਸਿਆਣੇ ਆ, ਜਿਹੜੇ ਅਮਰੀਕਨ ਵੋਟਰ ਨੇ ਨਾ, ਉਹ ਬਹੁਤ ਜ਼ਿਆਦਾ ਸਿਆਣੇ ਨੇ। ਬਿਲਕੁਲ। ਸੋ ਕੋਈ ਹੇਠਲੀ ਉੱਤੇ ਆਉਂਦੀ ਦਾ ਪਤਾ ਨਹੀਂ ਲੱਗਦਾ ਹੁੰਦਾ, ਤੇ 3 ਨਵੰਬਰ ਬਾਹਲੀ ਦੂਰ ਨਹੀਂ, ਸ਼ਾਇਦ ਲੋਕ ਸਭ ਹੋਣ। ਅੱਛਾ, ਮੈਂ ਜਾਂਦੇ ਜਾਂਦੇ ਇਹ ਸਵਾਲ ਪੁੱਛਣਾ ਚਾਹੁੰਦਾ, ਸਾਡੇ ਇੱਥੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਤੇ ਡੋਨਾਲਡ ਟਰੰਪ, ਕਦੀ ਕਦੀ ਮੈਨੂੰ ਇਹ ਦੋਵੇਂ ਇੱਕੋ ਜਿਹੇ ਲੱਗਦੇ ਹੁੰਦੇ ਵੀ ਸਿਰ ਭੈਰ ਇਹਨਾਂ ਦੀ ਗੱਲ ਦਾ ਵੀ ਨਹੀਂ ਤੇ ਸਿਰ ਭੈਰ ਇਹਨਾਂ ਦੀ ਗੱਲ ਦਾ ਵੀ ਨਹੀਂ। ਤੁਹਾਨੂੰ ਕੁਛ ਇਦਾਂ ਦਾ ਲੱਗਦਾ? ਹਾਂ, ਪਿੱਛੇ ਕਈ ਵਾਰੀ ਹਿਸਟਰੀ ਬਾਰੇ ਜਾਂ ਆਪਣੇ ਭਾਸ਼ਣ ਦੌਰਾਨ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਆ ਜਿਨ੍ਹਾਂ ਦਾ ਇਤਿਹਾਸ ਨਾਲ ਦੂਰ ਨੇੜੇ ਦਾ ਵਾਸਤਾ ਨਹੀਂ ਹੁੰਦਾ, ਵਾਸਤਾ ਹੀ ਨਹੀਂ ਹੁੰਦਾ। ਫਿਰ ਉਹ ਵਿਰੋਧ ਵੀ ਹੁੰਦਾ, ਲੋਕ ਟਵਿੱਟਰ ਤੇ ਵੀ ਪਾਉਂਦੇ ਆ, ਸੋਸ਼ਲ ਮੀਡੀਆ ਤੇ ਵੀ ਗੱਲਾਂ ਚੱਲਦੀਆਂ ਨੇ। ਸੋ ਇਹ ਆ ਭਈ ਇਹ ਸਾਰੀਆਂ ਗੱਲਾਂ ਸਮੇਂ ਦੇ ਨਾਲ ਨਾਲ ਸ਼ਾਇਦ ਠੀਕ ਹੋ ਜਾਣ, ਤੇ ਲੋਕਾਂ ਕੋਲ ਤਾਂ ਇੱਕੋ ਹੀ ਹਥਿਆਰ ਹੁੰਦਾ, ਵੋਟ, ਤੇ ਉਹ ਵੋਟਾਂ ਵੀ ਸਾਡੀਆਂ ਖਰੀਦ ਲਈਆਂ ਜਾਂਦੀਆਂ। ਸੋ ਇਹ ਆ ਭਈ ਵੋਟਾਂ ਰਾਹੀਂ ਹੀ ਸਭ ਸਿਖਾਇਆ ਜਾ ਸਕਦਾ, ਫਿਰ ਹੀ ਜਿਹੜਾ ਹਕੂਮਤ ਬਦਲੀ ਜਾ ਸਕਦੀ ਹੈਗੀ ਹੈ ਨਾ। ਵਾਕਈ ਹੋਰ ਕੋਈ ਹਥਿਆਰ ਹੋਵੇ ਨਾ ਹੋਵੇ, ਲੋਕਤੰਤਰ ਦੇ ਵਿੱਚ ਇਹ ਬਹੁਤ ਵੱਡਾ ਹਥਿਆਰ ਹੈ ਕਿ ਤੁਸੀਂ ਆਪਣੀ ਵੋਟ ਕਿਹਨੂੰ ਦੇਣੀ ਆ। ਵੋਟ ਉਹਨੂੰ ਦਿਓ ਜਿਹੜਾ ਤੁਹਾਡੇ ਹੱਕਾਂ ਲਈ ਕੰਮ ਕਰਦਾ ਹੈ, ਦੇਸ਼ ਲਈ ਕੰਮ ਕਰਦਾ ਹੈ, ਚੰਗੇ ਤਰੀਕੇ ਲਈ ਕੰਮ ਕਰਦਾ ਹੈ। ਸਤੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਖਹਿਰਾ ਸਾਹਿਬ, ਤੁਹਾਡਾ ਵੀ ਧੰਨਵਾਦ। ਵਿਚਾਰ ਵਟਾਂਦਰੇ ਦਾ ਮੌਕਾ ਮਿਲਦਾ, ਦਰਸ਼ਕਾਂ ਦਾ ਵੀ ਧੰਨਵਾਦ।